मैं जज्बाती जिहा बंदा है ना, ਜਦੋਂ ਕਈ ਵਾਰੀ ਮੇਰੇ ਤੇ ਟੈਗ ਲਾ ਦਿੰਦੇ ਆ ਉਹ ਬੜੇ ਸਮੇਂ ਤੋਂ ਹੁਣ ਲਾਈ ਜਾ ਰਹੀ ਹੈ। ਮੈਨੂੰ ਲੱਗਦਾ ਜੇ ਮੇਰੇ ਤੋਂ ਸੱਚ ਪੁੱਛੋ ਤਾਂ ਕਿਤੇ ਨਾ ਕਿਤੇ ਹੁਣ ਮੈਨੂੰ ਉਹ ਟੈਗ ਤੰਗ ਕਰਨ ਲੱਗ ਗਏ। ਜੇ ਤੁਸੀਂ ਆਪਣੇ ਆਪ ਨੂੰ ਯੋਧਾ ਮੰਨਦੇ ਹੋ, ਜਦ ਤੁਹਾਡੇ ਅੰਦਰ ਸੱਚ ਹੈ, ਤੁਸੀਂ ਜਾਣਦੇ ਹੋ ਜਾਂ ਪਰਮਾਤਮਾ ਜਾਣਦਾ ਹੈ, ਲੋਕ ਜਿਹੜੇ ਟੈਗ ਲਗਾਉਂਦੇ ਨੇ ਬਾਈ ਜੀ, ਜੇ ਇੱਕ ਯੋਧਾ ਅੰਨਾ ਬੋਲਾ ਗੂੰਗਾ ਹੋ ਜੇ ਤਾਂ ਵਧੀਆ ਨਹੀਂ ਰਹੂਗਾ ਜੀ। ਬਗਾਨੇ ਮਾਰੀ ਜਾਣ ਉੱਥੇ ਨਹੀਂ ਤੁਸੀਂ ਡੋਲਦੇ, ਜਦੋਂ ਆਪਦੇ ਮਾਰਦੇ ਆ ਤੇ ਤੁਹਾਨੂੰ ਐਂ ਫੀਲ ਕਰਾ ਦਿੰਦੇ ਆ ਵੀ ਤੂੰ ਇੱਥੇ ਕਿਉਂ ਤੁਰਿਆ ਫਿਰਦਾ, ਤੇਰੀ ਜ਼ਰੂਰਤ ਨਹੀਂ ਆ। ਦੀਪ ਸਿੱਧੂ ਦੇ ਮਗਰ ਹੀ ਪੈ ਜਾਂਦੇ ਆ ਸਾਰੇ। ਦਿਮਾਗ ਦੇ ਵਿੱਚ ਜਿਹੜੀਆਂ ਪਈਆਂ ਹੁੰਦੀਆਂ ਗੱਲਾਂ ਬਾਈ ਜੀ, ਉਹ ਸ਼ੈਤਾਨੀ ਟਾਈਪ ਦੀਆਂ ਹੁੰਦੀਆਂ। ਦਿਮਾਗ ਜਦੋਂ ਕੰਮ ਕਰਨ ਲੱਗਦਾ, ਦਿਲ ਇੱਕ ਭਾਵਨਾਵਾਂ ਦੇ ਵਿੱਚੋਂ ਨਿਕਲਦੀ ਦਿਲ ਦੀ ਗੱਲ, ਤੇ ਤੁਸੀਂ ਦਿਲ ਦੀਆਂ ਹੀ ਗੱਲਾਂ ਜੇ ਸਾਰੀਆਂ ਸ਼ੇਅਰ ਕਰਨ ਲੱਗੇ ਤਾਂ ਫਿਰ ਤੇ ਵਿਰੋਧੀ ਜਿਹੜੇ ਹੈਗੇ ਨੇ ਤੁਸੀਂ ਮੰਨਦੇ ਹੋ ਜਿਨ੍ਹਾਂ ਨੂੰ, ਜਾਂ ਹੈ ਵਿਰੋਧੀ ਕੋਈ ਵੀ ਨਹੀਂ ਆ। ਹਰ ਬੰਦਾ ਤੇ ਸਰਕਮਸਟੈਂਸਿਸ ਹੁੰਦੇ ਆ, ਕੋਈ ਵਿਰੋਧੀ ਨਹੀਂ ਆ। ਪਰ ਕਿਤੇ ਨਾ ਕਿਤੇ ਕਾਫੀ ਗੱਲਾਂ ਹੁਣ ਮੈਨੂੰ ਜਦੋਂ ਮੈਂ ਦੇਖਦਾ, ਮੇਰੇ ਪਰਿਵਾਰ ਤੱਕ ਗੱਲਾਂ ਕਹੀਆਂ। ਸਰਦਾਰ ਨਿਹਾਲ ਸਿੰਘ ਜਿਹੜੇ ਮੇਰੇ ਪੜਦਾਦਾ ਜੀ ਸੀ, ਪੰਜਾਬੀ ਸੂਬੇ ਦੀ ਲੜਾਈ ਲੜੀ, ਦੇਖੋ ਉੱਥੇ ਆਪਦੀ ਘਾਲੀਆਂ ਸ਼ਹਾਦਤਾਂ ਦਿੱਤੀਆਂ ਆਪਦੇ ਏਰੀਏ ਲਈ। ਫਿਰ ਦਾਦਾ ਉਵੇਂ ਹੀ ਆਈ ਧਰਨਿਆਂ 'ਚ, ਮੋਰਚਿਆਂ 'ਚ, ਅਨਪੜ੍ਹ ਕਿਸਾਨ ਅਤੇ ਫਾਦਰ ਸਾਹਿਬ ਸੰਘਰਸ਼ 'ਚ ਜਿਹੜੇ ਸਾਡੇ ਯੋਧੇ ਸੀ ਉਹਨਾਂ ਦੇ ਵਕੀਲ ਹੁੰਦੇ ਸੀ, ਹੈ ਨਾ। ਅਤੇ ਉਦੋਂ ਆਪਣੇ ਇੱਥੇ ਖਾੜਕੂ ਲਹਿਰ ਪੂਰੀ ਜੋਬਨ 'ਤੇ ਸੀ, ਚਾਚਾ ਜੀ ਉਹਨਾਂ ਦੇ ਨਾਲ। ਉਸ ਪਰਿਵਾਰ ਨੂੰ ਕਹਿ ਦੇਣਾ ਤੁਸੀਂ ਮੁਖਬਰੀ ਕਰਦੇ ਸੀ, ਬਸ ਕਿਸੇ ਕੋਈ ਆਧਾਰ ਨਹੀਂ। ਮੈਨੂੰ ਕਹਿ ਦੇਣਾ ਤੁਸੀਂ BJP 'ਚ ਆ, ਮੈਨੂੰ ਇਹ ਗੱਲ ਕਹਿ ਦੇਣੀ ਵੀ ਤੁਸੀਂ ਤੇਰੀ ਲੋੜ ਨਹੀਂ ਇੱਥੇ। ਸੋ ਉਹ ਹੁਣ ਮੈਨੂੰ ਨਹੀਂ ਨਹੀਂ ਆਉਂਦਾ ਮੈਨੂੰ ਲੜਨਾ ਬਾਈ। ਜੇ ਸੁਪਰੀਮ ਕੋਰਟ 'ਚ ਬਾਈ ਗੱਲ ਗਈ ਆ, ਦੇਖੋ ਇੱਕ ਉੱਥੇ SLP ਫਾਈਲ ਹੋਈ ਆ, ਸਪੈਸ਼ਲ ਲੀਵ ਪਟੀਸ਼ਨ ਇਹਦੇ 'ਤੇ, ਹੈ ਨਾ। ਅਤੇ ਮੈਨੂੰ ਲੱਗਦਾ ਸਰਕਾਰ ਨੇ ਜਾਣ ਕੇ ਫਾਈਲ ਕੀਤੀ ਆ। ਹੁਣ ਸੁਪਰੀਮ ਕੋਰਟ ਕਹੂ ਵੀ ਬਿਲਕੁਲ ਸੰਵਿਧਾਨਕ ਆ, ਉਹਨੇ ਦੇਖੋ ਸਰਕਾਰਾਂ ਦੇ ਹੱਕ 'ਚ ਹੀ ਭੁਗਤੇ ਅੱਜ ਤਾਈਂ ਕੋਰਟ। ਇਹ ਇੱਕ ਵੱਖਰਾ, ਹਾਲਾਂਕਿ ਕੋਰਟ ਬੜੇ ਨਿਰਪੱਖ ਹੋਣੇ ਚਾਹੀਦੇ ਸੀ। ਹੁਣ ਤੱਕ 370 ਵੇਲੇ ਵੀ ਪਟੀਸ਼ਨ ਫਾਈਲ ਹੋਈ, ਤੁਸੀਂ ਦੇਖ ਲਓ ਕੀ ਹੋਇਆ। NRCC CA ਵੇਲੇ ਵੀ ਹੋਈ, ਦੇਖ ਲਓ ਕੀ ਹੋਇਆ। ਟੇਕ ਅਪ ਹੀ ਨਹੀਂ ਹੋਏ ਮੈਟਰ। ਇਹ ਹੁਣ ਯਕੀਨ ਕਿਵੇਂ ਆਵੇ, ਕਿਉਂਕਿ ਬਹੁਤ ਗੱਲਾਂ ਆ ਜਾਂਦੀਆਂ ਵੀ ਦੀਪ ਸਿੱਧੂ ਦੂਜੀ ਧਿਰ ਦਾ ਬੰਦਾ ਹੈ, ਵੀ ਜਿਹੜੀ ਗੱਲ ਤੁਸੀਂ ਕਹੀ ਹੈ ਉਹਦੇ ਵਿੱਚ ਸੱਚਾਈ ਹੈ ਜਾਂ ਉਹੀ ਪੈਂਤੜਾ ਹੋ ਸਕਦਾ, ਫਿਰ ਉਹਨਾਂ ਨੂੰ ਵਿਸ਼ਵਾਸ। ਕੋਰਟ ਨੇ ਅਸੀਂ ਉੱਥੇ ਜਾ ਕੇ ਜੇ ਮੰਨ ਲਓ ਇਹ ਗੱਲ ਕਹੀ ਵੀ ਪਹਿਲੀ ਗੱਲ ਤਾਂ ਜਿਹੜਾ ਖੇਤੀਬਾੜੀ ਆ ਇਹ ਸਟੇਟ ਸਬਜੈਕਟ ਆ, ਇਹਦੇ 'ਤੇ ਸੈਂਟਰ ਲਾਅ ਨਹੀਂ ਬਣਾ ਸਕਦਾ। ਸੈਂਟਰ ਇਹ ਕਹੂ ਅਸੀਂ ਖੇਤੀਬਾੜੀ ਜਾਂ ਐਗਰੀਕਲਚਰ ਦੇ ਉਹਦੇ ਤਹਿਤ ਬਣਾਏ ਹੀ ਨਹੀਂ, ਅਸੀਂ ਤਾਂ ਟ੍ਰੇਡ ਐਂਡ ਕਾਮਰਸ 'ਚ ਬਣਾਏ ਆ। ਇਹ ਟ੍ਰੇਡ ਐਂਡ ਕਾਮਰਸ ਦੇ ਲਾਅ ਆ। ਇੱਕ ਤਾਂ ਉੱਥੇ ਜਾ ਕੇ ਗੱਲ ਲੜਨੀ ਆ ਅਤੇ ਉਹਦੇ 'ਤੇ ਬਹਿਸ ਹੋਣੀ ਆ। ਫਿਰ ਅਸੀਂ ਕਹਾਂਗੇ ਕੌਨਸਟੀਟਿਊਸ਼ਨਲ ਨਹੀਂ ਹੈ, ਇਹ ਸੰਵਿਧਾਨਕ ਨਹੀਂ ਆ, ਇਹ ਗੈਰ ਸੰਵਿਧਾਨਕ ਆ। ਉਹ ਕਹਿਣਗੇ ਪ੍ਰੂਫ ਕਰੋ। ਹੁਣ ਕੀ ਹੋਊਗਾ, ਸੁਪਰੀਮ ਕੋਰਟ ਨੇ ਤਾਂ ਇਹ ਕਹਿਣਾ ਵੀ ਇਹਦੇ 'ਚ ਸਾਨੂੰ ਅਨਕੌਨਸਟੀਟਿਊਸ਼ਨਲ ਤਾਂ ਕੁਛ ਲੱਗਦਾ ਹੀ ਨਹੀਂ, ਆ ਗੈਰ ਸੰਵਿਧਾਨਕ ਤਾਂ ਕੁਛ ਲੱਗਦਾ ਹੀ ਨਹੀਂ। ਸੁਪਰੀਮ ਕੋਰਟ ਨਹੀਂ ਵੇਖੇਗਾ ਵੀ ਸੁਪਰੀਮ ਕੋਰਟ ਤਾਕੀਦ ਨਹੀਂ ਕਰ ਸਕਦਾ ਸਰਕਾਰ ਨੂੰ ਬਈ ਜਦੋਂ ਚਾਹੇ ਬੈਨੀਫਿਸ਼ੀਅਲ ਹੈ, ਇਹ ਸਰਕਾਰ ਕਹਿੰਦੀ ਹੈ, ਉਹਨਾਂ ਨੇ ਸੰਵਿਧਾਨ ਦੇ ਬਿਲਕੁਲ ਦਾਇਰੇ ਦੇ ਵਿੱਚ ਬਣਾ ਲਏ ਕਾਨੂੰਨ ਦੇ, ਕੋਈ ਚੈਲੰਜ ਨਹੀਂ ਉਹਨਾਂ ਨੂੰ ਕਰ ਸਕਦਾ। ਪਰ ਕੀ ਸੁਪਰੀਮ ਕੋਰਟ ਇਹਨਾਂ ਗੱਲਾਂ ਨੂੰ ਧਿਆਨ 'ਚ ਨਹੀਂ ਰੱਖੂਗਾ ਵੀ ਲੋਕਾਂ ਨੂੰ ਇਹ ਨਹੀਂ ਚਾਹੀਦੇ ਤਾਂ ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕਰੇਗਾ। ਸੁਪਰੀਮ ਕੋਰਟ ਨੇ ਇਮੋਸ਼ਨਸ ਨਹੀਂ ਦੇਖਣੇ, ਤਾਂ ਹੀ ਤਾਂ ਕਾਨੂੰਨ 'ਤੇ ਜਿਹੜੀ ਉਹ ਤੱਕੜੀ ਫੜੀ ਹੋਈ ਆ, ਉਹ ਪੱਟੀ ਬੰਨੀ ਹੋਈ ਆ ਅੱਖਾਂ 'ਤੇ, ਵੀ ਉਹ ਦੇਖਦੇ ਨਹੀਂ, ਇਮੋਸ਼ਨਸ ਵਾਲੇ ਪਾਸੇ ਨਹੀਂ ਵੜਨਾ ਉਹਨਾਂ ਨੇ, ਵੀ ਕੌਣ ਕਿਹਨੂੰ ਫੇਵਰ ਕਰੀਏ ਕਿਹਨੂੰ ਨਹੀਂ ਕਰੀਏ। ਇਹੀ ਲੜਾਈ ਆ ਹੁਣ, ਪਬਲਿਕ ਸਿੰਪਥੀ ਅਤੇ ਪਬਲਿਕ ਸਪੋਰਟ। ਜੇ ਅਸੀਂ ਗੈਦਰ ਕਰਕੇ ਅਸੀਂ ਜਿੱਤਾਂਗੇ, ਜੇ ਅਸੀਂ ਆਪਦੇ ਅੰਨੀ ਖਿੱਚ ਗਏ ਸਾਰਿਆਂ ਨੂੰ ਅਸੀਂ ਜਿੱਤਾਂਗੇ, ਜੇ ਉਹ ਖਿੱਚ ਗਏ ਅਤੇ ਉਹ ਜਿੱਤਣਗੇ। ਹੁਣ ਤਾਂ ਇਹ ਮੈਂ ਤੁਹਾਨੂੰ ਅਸਲ ਗੱਲ ਦੱਸ ਰਿਹਾ। ਅਤੇ ਬਾਈ ਜੀ ਦੀਪ ਬਾਈ ਬਿਆਨ ਦਿੰਦਾ ਜਾਂ ਕੋਈ ਹੋਰ ਬੰਦੇ ਦਿੰਦੇ ਆ, ਹਰਜੀਤ ਗਰੇਵਾਲ ਵੀ ਬਿਆਨ ਦੇਈ ਜਾਂਦਾ BJP ਦਾ, ਉਹਨੂੰ ਵਾਈ ਸ਼ਨੀ ਦੀ ਸਿਕਿਉਰਿਟੀ ਮਿਲਦੀ ਸਮਝ ਆਉਂਦੀ, ਪਰ ਸ਼ਨੀ ਦਿਓਲ ਤਾਂ ਚੁੱਪ ਬੈਠਾ ਸੀ, ਉਹਨੂੰ ਵੀ ਸਿਕਿਉਰਿਟੀ ਦੇ ਦਿੱਤੀ। ਯੁੱਧ ਦਾ ਮੈਦਾਨ ਵੀ ਆਪ ਚੁਣਿਆ ਜਾਂਦਾ ਹੁੰਦਾ। ਦੂਜਾ ਯੁੱਧ ਦਾ ਮੈਦਾਨ ਜੇ ਤੁਹਾਨੂੰ ਚੁਣ ਕੇ ਦੇ ਉਵੇਂ ਹੀ, ਜਿਵੇਂ ਜਦੋਂ ਲੜਨਾ ਉਹ ਆਪਾਂ ਡਿਸਾਈਡ ਕਰੀਏ ਕਦੋਂ ਲੜਨਾ, ਜਦੋਂ ਦੁਸ਼ਮਣ ਸਾਨੂੰ ਲੜਾਉਣਾ ਚਾਹਵੇ ਉਦੋਂ ਨਹੀਂ ਲੜੀਦਾ। ਬਹੁਤ ਦਿਨਾਂ ਤੋਂ
ਦਿੱਲੀ ਵਿਖੇ ਮੋਰਚਾ ਲੱਗਿਆ ਹੋਇਆ, ਬਾਰਡਰ ਸੀਲ ਕੀਤੇ ਗਏ ਨੇ। ਬਹੁਤ ਸਾਰੀਆਂ ਇੰਟਰਵਿਊਜ਼, ਬਹੁਤ ਸਾਰੀਆਂ ਮੁਲਾਕਾਤਾਂ ਤੁਹਾਨੂੰ ਇਸ ਮੋਰਚੇ ਤੋਂ ਦਿਖਾਈਆਂ, ਬਹੁਤ ਸਾਰੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਕੋਸ਼ਿਸ਼ ਹਮੇਸ਼ਾ ਇਹੀ ਰਹੀ ਵੀ ਕੁਝ ਚੰਗੇ ਵਿਚਾਰ, ਚੰਗੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਵੇ, ਜੋ ਲੋੜੀਂਦੀ ਹੈ, ਜੋ ਜ਼ਰੂਰੀ ਵੀ ਹੈ। ਬਹੁਤ ਲੋਕਾਂ ਦੇ ਨਾਲ ਰਾਬਤਾ ਹੋਇਆ ਤੇ ਬਾਈ ਦੀਪ ਸਿੱਧੂ ਹੋਰਾਂ ਨੂੰ ਰੋਜ਼ ਫੋਨ ਕਰ ਲਈਦਾ ਸੀ, ਪਰ ਮੁਲਾਕਾਤ ਨਹੀਂ ਹੋ ਸਕੀ। ਸੋ ਅੱਜ ਸਬੱਬ ਬਣਿਆ ਹੈ, ਬਾਈ ਸਾਡੇ ਨਾਲ ਨੇ ਜਾਂ ਮੈਂ ਬਾਈ ਦੇ ਨਾਲ ਹਾਂ। ਦੀਪ ਸਿੱਧੂ ਜੀ, ਬਹੁਤ ਸਵਾਗਤ ਬਾਈ ਜੀ, ਸਤਿ ਸ਼੍ਰੀ ਧੰਨਵਾਦ ਭਾਈ, ਸਤਿ ਸ਼੍ਰੀ ਅਕਾਲ ਜੀ। ਅਕਾਲ। ਠੀਕ ਹੋ? ਹਾਂਜੀ ਹਾਂਜੀ ਭਾਈ, ਬਿਲਕੁਲ ਠੀਕ। ਜਿਵੇਂ ਦੇ ਲੋਕਾਂ ਦੇ ਕਮੈਂਟ ਨੇ ਜਾਂ ਜਿਵੇਂ ਦਾ ਵੀ ਰਿਸਪੌਂਸ ਹੈ, ਆਪਣੇ ਆਪ ਨੂੰ ਠੀਕ ਫੀਲ ਕਰ ਰਹੇ ਹੋ? ਬਈ ਆਏ ਆ ਵੀ ਮੈਂ ਜਜ਼ਬਾਤੀ ਜਿਹਾ ਬੰਦਾ ਹਨਾ। ਜਦੋਂ ਕਈ ਵਾਰੀ ਮੇਰੇ ਤੇ ਟੈਗ ਲਾ ਦਿੰਦੇ ਆ, ਉਹ ਬੜੇ ਸਮੇਂ ਤੋਂ ਹੁਣ ਲਾਈ ਜਾ ਰਹੇ ਆ। ਮੈਨੂੰ ਲੱਗਦਾ ਜੇ ਮੇਰੇ ਤੋਂ ਸੱਚ ਪੁੱਛੋ ਤਾਂ ਕਿਤੇ ਨਾ ਕਿਤੇ ਹੁਣ ਮੈਨੂੰ ਉਹ ਟੈਗ ਤੰਗ ਕਰਨ ਲੱਗ ਗਏ। ਹੁਣ ਮੈਂ ਪ੍ਰਭਾਵਿਤ ਹੋਣ ਲੱਗ ਗਿਆ ਉਹਨਾਂ ਟੈਗਾਂ ਤੋਂ ਵੀ ਕਿਉਂ ਜਵਾਬ ਦੇ ਰਿਹਾ। ਇੰਨਾ ਸਮਾਂ ਹੋ ਗਿਆ ਕਹਿੰਦੇ BJP ਦਾ ਪਲਾਂਟਡ ਆ, RSS ਆ, ਤੇ ਹੁਣ ਮੇਰੀ ਮਾਨਸਿਕਤਾ 'ਤੇ ਨਾ ਉਹ ਪ੍ਰਭਾਵ ਛੱਡਣ ਲੱਗ ਗਏ। ਅੱਜ ਤੋਂ ਪਹਿਲਾਂ, ਇਹ ਤੋਂ ਪਹਿਲਾਂ ਨਹੀਂ ਛੱਡਿਆ ਸੀ। ਇਹ ਤੋਂ ਪਹਿਲਾਂ ਮੈਨੂੰ ਐਂ ਲੱਗਦਾ ਸੀ ਮੇਰੇ ਅੰਦਰ ਸੱਚ ਆ ਤਾਂ ਕੋਈ ਗੱਲ ਨਹੀਂ, ਪਰ ਹੁਣ ਮੈਨੂੰ ਕਿਤੇ ਨਾ ਕਿਤੇ ਉਹ ਜਜ਼ਬਾਤੀ ਕਰ ਦਿੰਦੇ ਆ। ਜੇ ਤੁਸੀਂ ਆਪਣੇ ਆਪ ਨੂੰ ਯੋਧਾ ਮੰਨਦੇ ਹੋ, ਜਦ ਤੁਹਾਡੇ ਅੰਦਰ ਸੱਚ ਹੈ, ਤੁਸੀਂ ਜਾਣਦੇ ਹੋ ਜਾਂ ਪਰਮਾਤਮਾ ਜਾਣਦਾ ਹੈ। ਲੋਕ ਜਿਹੜੇ ਟੈਗ ਲਗਾਉਂਦੇ ਨੇ ਬਾਈ ਜੀ, ਜੇ ਇੱਕ ਯੋਧਾ ਅੰਨਾ ਬੋਲਾ ਗੂੰਗਾ ਹੋ ਜੇ ਤਾਂ ਵਧੀਆ ਨਹੀਂ ਰਹੂਗਾ ਜੀ? ਨਹੀਂ ਹੋਇਆ ਜਾ ਸਕਦਾ ਬਾਈ, ਮੇਰੇ ਤੋਂ ਨਹੀਂ ਹੋਇਆ ਜਾ ਸਕਦਾ। ਅੱਛਾ ਜੀ। ਕਿਉਂਕਿ ਮੈਂ ਬਣਿਆ, ਮੇਰੀ ਬਣਤਰ ਹੀ ਉਸ ਤਰ੍ਹਾਂ ਦੀ ਆ। ਫਿਰ ਕਿਤੇ ਨਾ ਕਿਤੇ ਇਸੇ ਖਾਤਰ ਨਾ ਉਹ ਥੋੜੀ ਸੰਵੇਦਨਸ਼ੀਲਤਾ ਹੁੰਦੀ ਹੈ, ਜਿਹੜੀ ਉਹੀ ਸੰਵੇਦਨਸ਼ੀਲਤਾ ਮੈਨੂੰ ਇੱਥੇ ਲੈ ਕੇ ਆਈ ਨਾ, ਵੀ ਸਾਡੇ ਲੋਕ, ਮੇਰੀ ਧਰਤੀ, ਮੇਰਾ ਪੰਜਾਬ। ਤੇ ਹੁਣ ਜੇ ਮੈਂ ਜਮਾਂ ਹੀ ਢੀਠ ਹੋ ਜਾਊਂਗਾ ਤੇ ਉਹ ਕਿਵੇਂ ਆਪਦੀ ਕਿਤੇ ਨਾ ਕਿਤੇ ਸੋਲ, ਸਾਡੀ ਆਤਮਾ ਵੀ ਹੁੰਦੀ ਹੈ ਅੰਦਰ ਜਿੱਥੇ ਸੱਟ ਵੱਜਦੀ ਹੈ ਜਾ ਕੇ। ਔਰ ਇਹ ਗੱਲ ਪਤਾ ਕੀ ਹੁੰਦੀ ਆ, ਆਪਦੇ ਮਾਰਦੇ ਆ, ਬਗਾਨੇ ਮਾਰੀ ਜਾਣ ਉੱਥੇ ਨਹੀਂ ਤੁਸੀਂ ਡੋਲਦੇ। ਜਦੋਂ ਆਪਦੇ ਮਾਰਦੇ ਆ ਤੇ ਤੁਹਾਨੂੰ ਐਂ ਫੀਲ ਕਰਾ ਦਿੰਦੇ ਆ ਵੀ ਤੂੰ ਇੱਥੇ ਕਿਉਂ ਤੁਰਿਆ ਫਿਰਦਾ, ਤੇਰੀ ਜ਼ਰੂਰਤ ਨਹੀਂ ਆ, ਹੈ ਨਾ। ਤੁਹਾਨੂੰ ਸਿੰਗਲਡ ਆਊਟ ਕਰ ਲੈਣਾ, ਕੰਪਲੀਟਲੀ ਤੁਹਾਨੂੰ ਆਈਸੋਲੇਟ ਕਰ ਦੇਣਾ। ਹੁਣ ਉਹੀ ਗੱਲ ਆ ਵੀ ਅੱਜ ਤਾਂ ਚਲੋ ਇਹ ਪਰਸਨਲ ਗੱਲ ਹੋ ਗਈ, ਉਹ ਹੁਣ ਆਈਸੋਲੇਸ਼ਨ 'ਚ ਮੈਨੂੰ ਐਂ ਫੀਲ ਕਰਾਇਆ ਜਾਂਦਾ ਵਾਰ-ਵਾਰ ਵੀ ਤੇਰੀ ਜ਼ਰੂਰਤ ਨਹੀਂ ਆ। ਜੇ 4 ਬੰਦੇ ਜਾਂ 5 ਬੰਦੇ ਫੀਲ ਕਰਵਾਉਂਦੇ ਆ ਬਾਈ, ਕੀ ਉਹਨਾਂ ਨੂੰ ਫਿਰ ਸਾਰੀ ਦੁਨੀਆ ਮੰਨ ਲਈ? ਨਹੀਂ, ਇਹ ਗੱਲ ਨਹੀਂ ਆ, ਸਾਰੀ ਦੁਨੀਆ ਤਾਂ ਨਹੀਂ ਮੰਨ ਸਕਦੇ, ਮੈਂ ਸਮਝਦਾ, ਪਰ ਇਹ ਮੇਰੇ ਨਾਲ ਲਗਾਤਾਰ ਹੁੰਦਾ ਆ ਰਿਹਾ ਹੈ ਨਾ, ਲਗਾਤਾਰ ਹੁੰਦਾ ਆ ਰਿਹਾ ਐਂ ਵੀ ਸਟੇਜਸ ਤੋਂ ਵੀ ਮੇਰਾ ਅਨਾਊਂਸ ਕੀਤਾ ਜਾਂਦਾ, ਮੀਡੀਆ ਹਾਊਸਿਸ ਵੀ ਉਸ ਢੰਗ ਨਾਲ ਬਿਹੇਵ ਕਰ ਲੈਂਦੇ ਆ, ਦੀਪ ਸਿੱਧੂ ਦੇ ਮਗਰ ਹੀ ਪੈ ਜਾਂਦੇ ਆ, ਸਾਰੇ ਹੀ ਪੈ ਜਾਂਦੇ ਆ ਦੀਪ ਸਿੱਧੂ ਦੇ ਮਗਰ। ਸੋ ਉਹ ਆਈ ਡੋਂਟ ਨੋ, ਮੇਬੀ ਪਰਮਾਤਮਾ ਦੀ ਇਹ ਮਰਜ਼ੀ ਹੋਣੀ ਆ ਕੋਈ, ਹੈ ਨਾ, ਪਰ ਕਿਤੇ ਨਾ ਕਿਤੇ ਜਾ ਕੇ ਉਹ ਤੁਹਾਨੂੰ ਇਫੈਕਟ ਤਾਂ ਕਰੂਗੀ। ਐਜ਼ ਅ ਹਿਊਮਨ ਬੀਇੰਗ ਗੱਲ ਇਫੈਕਟ ਤਾਂ ਕਰਦੀ ਆ। ਜੇਕਰ ਤੁਸੀਂ ਸੱਚੇ ਹੋ ਤੇ ਅੱਜ ਅਹਿਸਾਸ ਇਹ ਵੀ ਹੋ ਰਿਹਾ ਹੋਣਾ ਵੀ ਯਾਰ ਉਦੋਂ ਦੀਆਂ ਸ਼ਾਇਦ ਵੋਟਾਂ ਨੇ ਹੁਣ ਆਹ ਕੰਮ ਖਰਾਬ ਕਰਤਾ, ਵੀ ਸਨੀ ਦਿਓਲ ਦਾ ਜਿਹੜਾ ਸਾਥ ਦਿੱਤਾ ਸੀ, ਇਹ ਵੀ ਲੱਗ ਰਿਹਾ ਜੀ? ਨਹੀਂ ਬਾਈ, ਮੈਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਮੈਂ ਸਾਥ ਦਿੱਤਾ ਸੀ। ਦੇਖੋ, ਉਦੋਂ ਮੈਂ ਐਜ਼ ਅ ਬ੍ਰਦਰ ਜਾਂ ਐਜ਼ ਅ ਫਰੈਂਡ, ਹੈ ਨਾ, ਦੋਸਤ ਜਾਂ ਭਰਾ ਦੇ ਨਾਤੇ ਮੈਂ ਉਹਨਾਂ ਦੇ ਨਾਲ ਖੜਾ ਸੀ। ਤੇ ਜੇ ਉਹ ਮੈਂ ਸਾਥ ਨਾ ਦਿੱਤਾ ਹੁੰਦਾ, ਹੋ ਸਕਦਾ ਮੇਰੇ 'ਚ ਅਹਿਸਾਸ ਨਹੀਂ ਆਉਣਾ ਸੀ ਵੀ ਪੰਜਾਬ ਨੂੰ ਜ਼ਿਆਦਾ ਜ਼ਰੂਰਤ ਆ, ਸਾਡੇ ਲੋਕਾਂ ਨੂੰ ਜ਼ਿਆਦਾ ਜ਼ਰੂਰਤ ਆ। ਤੇ ਜੇ ਮੇਰੇ 'ਚ ਮਾੜੀ ਮੋਟੀ ਕਾਬਲੀਅਤ ਹੈਗੀ ਆ ਤੇ ਕਿਉਂ ਨਾ ਲੋਕਾਂ ਖਾਤਰ ਕੁਛ ਕੀਤਾ ਜਾਵੇ। ਸੋ ਇਹ ਤਾਂ ਇੱਕ ਸਫ਼ਰ ਹੁੰਦਾ ਜ਼ਿੰਦਗੀ ਦਾ, ਐਂ ਤੁਰੇ ਜਾਂਦੇ ਆ ਆਪਾਂ ਸਫ਼ਰ 'ਚ। ਕਈ ਵਾਰੀ ਉਸ ਪਾਸੇ ਵੀ ਕਈ ਵਾਰੀ ਖੜ੍ਹ ਜਾਂਦੇ ਆ ਜਿੱਥੇ ਸਾਨੂੰ ਜਿਹਦੇ ਨਾਲ ਅਸੀਂ ਬਿਲੋਂਗ ਨਹੀਂ ਕਰਦੇ, ਉੱਥੇ ਸਾਡਾ ਕੋਈ ਸੰਬੰਧ ਨਹੀਂ ਹੁੰਦੇ, ਪਰ ਖੜ੍ਹ ਜਾਂਦੇ ਆ। ਤੇ ਫਿਰ ਉਸ ਤੋਂ ਬਾਅਦ ਉਸ ਪਾਸੇ ਆ ਜਾਂਦੇ ਆ ਜਿੱਥੇ ਸਾਡਾ ਬਹੁਤ ਗੂੜਾ ਸੰਬੰਧ ਆ। ਤੇ ਜਦੋਂ ਉੱਥੇ ਆਉਣੇ ਆ, ਉੱਥੋਂ ਫਿਰ ਜਦੋਂ ਸੱਟ ਵੱਜਦੀ ਆ ਤੁਹਾਨੂੰ, ਫਿਰ ਉਹ ਸੱਟ ਤੰਗ ਕਰਦੀ ਆ। ਸਫ਼ਰ 'ਚ ਬਾਈ ਜੀ, ਜੇ ਮੈਂ ਵੈਜੀਟੇਰੀਅਨ ਹੈਗਾ, ਮੈਨੂੰ ਸ਼ਾਕਾਹਾਰੀ ਖਾਣਾ ਪਸੰਦ ਹੈ, ਮਾਸਾਹਾਰੀ ਨਹੀਂ। ਸਫ਼ਰ 'ਚ ਜਾਂਦਾ, ਕਿਤੇ ਕੰਟੀਨ ਦੇ ਵਿੱਚ ਕਿਤੇ ਸਟਾਲ ਲੱਗੀ ਹੋਈ ਹੈ ਜੀ ਸ਼ਾਕਾਹਾਰੀ ਦੀ, ਕਿਸੇ ਮਾਸਾਹਾਰੀ ਦੀ, ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਬਾਈ ਜੀ ਵੀ ਜੇ ਮੈਂ ਮੰਜ਼ਿਲ ਮੇਰੀ ਹੈਗੀ ਆ ਕੋਈ
ਚੰਗਾ ਕੁਝ ਕਰਨ ਦੀ, ਮੈਂ ਮਾਸਾਹਾਰੀ ਵੇਖ ਕੇ ਮੰਜ਼ਿਲ ਪਿੱਛੇ ਆ ਜਾਵਾਂ। ਤੁਸੀਂ ਪਿੱਛੇ ਜਾਣ ਦੀ ਸ਼ਾਇਦ ਮਾਨਸਿਕਤਾ ਬਣ ਗਈ। ਨਹੀਂ, ਪਿੱਛੇ ਜਾਣ ਦੀ ਮਾਨਸਿਕਤਾ ਨਹੀਂ ਬਣੀ ਹਜੇ। ਪੰਜਾਬ ਨੇ ਬੜੀਆਂ ਲੜਾਈਆਂ ਲੜਨੀਆਂ, ਬੜੇ ਘੋਲ ਲੜਨੇ ਆ, ਪਰ ਹੁਣ ਆਏ ਆ ਵੀ ਇਸ ਟਾਈਮ ਅਸੀਂ ਬੜੇ ਇੱਕ ਫੈਸਲਾਕੁੰਨ ਲੜਾਈ 'ਚ ਆ, ਤੇ ਇੱਥੇ ਤਾਂ ਹੁਣ ਬਸ ਸੇਵਾ ਹੀ ਕਰ ਲਈਏ, ਹਨਾ ਵੀ ਲੋਕਾਂ ਦੀ ਸੰਗਤ ਦੀ ਸੇਵਾ ਕਰ ਲਈਏ, ਲੰਗਰ ਦੀ ਸੇਵਾ ਕਰ ਲਈਏ, ਹੋਰ ਸੇਵਾ ਕਰ ਲਈਏ। ਬਾਕੀ ਸਾਰੇ ਜਿਵੇਂ ਲੜੀ ਜਾਂਦੇ ਆ ਉਵੇਂ ਉਹ ਲੜ ਰਹੇ ਆ। ਸੋ ਮੈਂ ਆਪਦਾ ਜਿਹੜਾ ਇੱਕ ਰੋਲ ਆ ਉਹ ਹੋ ਸਕਦਾ ਥੋੜਾ ਜਿਹਾ ਬਦਲਾਂ, ਹਨਾ। ਕਿਵੇਂ ਦਾ ਬਦਲਾਅ ਆ ਸਕਦਾ, ਕਿਵੇਂ ਦਾ ਬਦਲਾਅ ਹੋ ਸਕਦਾ? ਮੈਂ ਤੁਹਾਨੂੰ ਦੇਖੋ, ਮੈਂ ਦਿਲ ਦੀ ਗੱਲ ਕਰਦਾ ਹੁੰਦਾ, ਮੈਂ ਦਿਲ ਦੀ ਗੱਲ ਕਰ ਰਿਹਾ ਸੀ ਵੀ ਹੁਣ ਤਾਂ ਇਸ ਤੋਂ ਬਾਅਦ ਲੋਕਾਂ 'ਚ ਜਾ ਕੇ ਬਸ ਉਹਨਾਂ ਦੀ ਜਿਵੇਂ ਲੰਗਰ 'ਚ ਬੈਠ ਕੇ ਕੋਈ ਸੇਵਾ ਕਰਤੀ, ਜਿਵੇਂ ਆਪਣੇ ਇੱਕ ਸੇਵਾ ਦਾ ਵੀ ਜਜ਼ਬਾ ਹੈਗਾ ਸਿੱਖੀ 'ਚ, ਹਨਾ, ਉਸ ਪਾਸੇ ਆਪਦੇ ਆਪ ਨੂੰ ਜ਼ਿਆਦਾ ਲਾਵਾਂ, ਪਾਲਿਸੀ ਮੇਕਿੰਗ ਵਾਲੇ ਪਾਸੇ, ਜਾਂ ਵੀ ਸਾਡੀ ਰਣਨੀਤੀ ਵਿਉਂਤਬੰਦੀ ਕੀ ਹੋਣੀ ਚਾਹੀਦੀ ਹੈ, ਉੱਧਰ ਨੂੰ ਨਾ ਧਿਆਨ ਦੇਵਾਂ। ਦਿਲ ਦੀਆਂ ਗੱਲਾਂ ਤੁਸੀਂ ਕਿਹਾ, ਦਿਲ ਦੀ ਗੱਲ, ਪਰ ਦਿਲ ਦੀਆਂ ਗੱਲਾਂ ਕਰਨ ਵਾਲਾ ਬੰਦਾ ਕਈ ਵਾਰ ਦੂਜੇ ਸਮਝ ਜਾਂਦੇ ਆ ਵੀ ਯਾਰ ਇਹ ਹਰ ਚੀਜ਼ ਆਪਣੀ ਦੱਸੀ ਜਾਂਦਾ, ਕਿਉਂਕਿ ਦਿਮਾਗ ਦੇ ਵਿੱਚ ਜਿਹੜੀਆਂ ਪਈਆਂ ਹੁੰਦੀਆਂ ਗੱਲਾਂ ਬਾਈ ਜੀ ਉਹ ਸ਼ੈਤਾਨੀ ਟਾਈਪ ਦੀਆਂ ਹੁੰਦੀਆਂ। ਦਿਮਾਗ ਜਦੋਂ ਕੰਮ ਕਰਨ ਲੱਗਦਾ, ਦਿਲ ਇੱਕ ਭਾਵਨਾਵਾਂ ਦੇ ਵਿੱਚੋਂ ਨਿਕਲਦੀ ਦਿਲ ਦੀ ਗੱਲ, ਤੇ ਤੁਸੀਂ ਦਿਲ ਦੀਆਂ ਹੀ ਗੱਲਾਂ ਜੇ ਸਾਰੀਆਂ ਸ਼ੇਅਰ ਕਰਨ ਲੱਗੇ ਤਾਂ ਫਿਰ ਤੇ ਵਿਰੋਧੀ ਜਿਹੜੇ ਹੈਗੇ ਨੇ, ਤੁਸੀਂ ਮੰਨਦੇ ਹੋ ਜਿਨ੍ਹਾਂ ਨੂੰ, ਜਾਂ ਹੈ ਵਿਰੋਧੀ ਕੋਈ ਵੀ ਨਹੀਂ ਆ, ਹਰ ਬੰਦਾ ਤੇ ਸਰਕਮਸਟੈਂਸਸ ਹੁੰਦੇ ਆ, ਕੋਈ ਵਿਰੋਧੀ ਨਹੀਂ ਆ। ਪਰ ਕਿਤੇ ਨਾ ਕਿਤੇ ਕਾਫੀ ਗੱਲਾਂ ਹੁਣ ਮੈਨੂੰ ਜਦੋਂ ਮੈਂ ਦੇਖਦਾ, ਮੇਰੇ ਪਰਿਵਾਰ ਤੱਕ ਗੱਲਾਂ ਕਹੀਆਂ, ਪਰਿਵਾਰ ਨੇ ਜਿਹਦਾ ਪੜਦਾਦਾ ਸਰਦਾਰ ਭਗਤ ਸਿੰਘ ਜਦੋਂ ਖਾਲਸਾ ਕਾਲਜ ਲਾਹੌਰ ਪੜ੍ਹਦੇ ਸੀ, ਉਹ ਇਕੱਠੇ ਇੱਕ ਰੂਮ 'ਚ ਰਹਿੰਦੇ ਹੁੰਦੇ ਸੀ। ਫਿਰ ਉਹਨਾਂ ਨੇ ਸਰਦਾਰ ਨਿਹਾਲ ਸਿੰਘ ਜਿਹੜੇ ਮੇਰੇ ਪੜਦਾਦਾ ਜੀ ਸੀ, ਪੰਜਾਬੀ ਸੂਬੇ ਦੀ ਲੜਾਈ ਲੜੀ। ਦੇਖੋ ਉੱਥੇ ਆਪਦੀ ਘਾਲੀਆਂ ਸ਼ਹਾਦਤਾਂ ਦਿੱਤੀਆਂ ਆਪਦੇ ਏਰੀਏ ਲਈ। ਫਿਰ ਦਾਦਾ ਉਵੇਂ ਹੀ ਆਈ ਧਰਨਿਆਂ 'ਚ, ਮੋਰਚਿਆਂ 'ਚ, ਅਨਪੜ੍ਹ ਕਿਸਾਨ ਤੇ ਫਾਦਰ ਸਾਹਿਬ ਸੰਘਰਸ਼ 'ਚ ਜਿਹੜੇ ਸਾਡੇ ਯੋਧੇ ਸੀ ਉਹਨਾਂ ਦੇ ਵਕੀਲ ਹੁੰਦੇ ਸੀ, ਹਨਾ। ਤੇ ਉਦੋਂ ਆਪਣੇ ਇੱਥੇ ਖਾੜਕੂ ਲਹਿਰ ਪੂਰੀ ਜੋਬਨ 'ਤੇ ਸੀ, ਚਾਚਾ ਜੀ ਉਹਨਾਂ ਦੇ ਨਾਲ। ਉਸ ਪਰਿਵਾਰ ਨੂੰ ਕਹਿ ਦੇਣਾ ਤੁਸੀਂ ਮੁਖਬਰੀ ਕਰਦੇ ਸੀ, ਬਸ ਕੋਈ ਆਧਾਰ ਨਹੀਂ। ਮੈਨੂੰ ਕਹਿ ਦੇਣਾ ਤੁਸੀਂ BJP 'ਚ ਆ, ਮੈਨੂੰ ਇਹ ਗੱਲ ਕਹਿ ਦੇਣੀ ਵੀ ਤੇਰੀ ਲੋੜ ਨਹੀਂ ਇੱਥੇ। ਸੋ ਉਹ ਹੁਣ ਮੈਨੂੰ ਨਹੀਂ ਆਉਂਦਾ ਮੈਨੂੰ ਲੜਨਾ ਬਾਈ। ਲੜਾਈ ਤਾਂ ਫਿਰ ਯੋਧਿਆਂ ਵਾਂਗੂ ਲੜੀ ਜਾਂਦੀ ਹੁੰਦੀ ਆ ਗੱਲਾਂ, ਤੇ ਫਿਰ ਮੇਰੇ 'ਚ ਗੁੱਸਾ ਆਊਗਾ ਜਾਂ ਮੈਂ ਉਹੋ ਜਿਹਾ ਹੀ ਹੋ ਜਾਊਂਗਾ, ਉਵੇਂ ਮੈਂ ਹੋ ਨਹੀਂ ਸਕਦਾ। ਤੇ ਪਿਆਰ ਦੇ ਨਾਲ ਇਹਨਾਂ ਬੰਦਿਆਂ ਦਾ ਜਿਹੜੇ ਅੱਜ ਵਿਰੋਧੀ ਨੇ, ਕਿਉਂਕਿ ਮੈਨੂੰ ਇੱਕ ਵਾਰ ਮੈਂ ਆਪਣੀ ਕਹਾਣੀ ਦੱਸਦਾ ਬਾਈ ਜੀ। ਮੈਨੂੰ ਮਤਲਬ ਕਿ ਕਿਸੇ ਨੇ ਕੰਮ ਦੇ ਲਈ ਕਿਹਾ ਹੋਣਾ, ਮੇਰਾ ਦੋਸਤ ਹੈ, ਉਹਨੇ ਅੱਗੇ ਕੰਮ ਦੇ ਲਈ ਕਿਹਾ ਬੰਦੇ ਨੂੰ, ਤੇ ਉਹ ਬੰਦੇ ਨੇ ਗਾਲੀ ਗਲੋਚ ਕਰਤੇ ਉਸ ਦੇ ਨਾਲ, ਤੇ ਉਸ ਬੰਦੇ ਨੂੰ ਫਿਰ ਮੇਰੇ ਨਾਲ ਕੰਮ ਪੈ ਗਿਆ। ਤੇ ਉਹ ਮੇਰੇ ਮਿੱਤਰ ਦਾ ਮੈਨੂੰ ਫੋਨ ਆਇਆ ਵੀ ਤੇਰੇ ਨਾਲ ਹੀ ਕੰਮ ਪੈ ਗਿਆ, ਵੀ ਇਹਨੂੰ ਆਫਿਸ ਨਾ ਵੜਨ ਦੇਈਂ। ਮੈਂ ਕਿਹਾ ਆਉਣ ਦਿਓ। ਜਿਹੜੇ ਬੰਦਿਆਂ ਨੂੰ ਮੈਂ ਗੁੱਸੇ ਦੇ ਨਾਲ ਡੀਲ ਕਰਨਾ ਸੀ, ਪਰ ਮੈਂ ਉਹਨੂੰ ਜੇ ਰੂਟੀਨ ਦੇ ਵਿੱਚ ਜਿਹੜੇ ਲੋਕਾਂ ਦੇ ਨਾਲ ਮੈਂ ਡੀਲ ਕਰਦਾ ਭਾਜੀ, ਉਸ ਤੋਂ ਵੀ ਜ਼ਿਆਦਾ ਰਿਸਪੈਕਟ ਨਾਲ ਮੈਂ ਡੀਲ ਕੀਤਾ, ਤੇ ਅੱਜ ਮੇਰਾ ਬਹੁਤ ਵਧੀਆ ਮਿੱਤਰ ਹੈ। ਤੇ ਪਿਆਰ ਦੇ ਨਾਲ ਕੀਲੇ ਨਹੀਂ ਜਾ ਸਕਦੇ? ਬਿਲਕੁਲ ਕੀਲੇ ਜਾ ਸਕਦੇ ਆ ਭਾਈ, ਪਰ ਇਹ ਗੱਲ ਮੈਂ ਕੋਸ਼ਿਸ਼ ਟਰਾਈ ਕੀਤੀ ਆ। ਉਹ ਪਿਆਰ ਨਾਲ ਹੀ ਸੇਵਾ ਦਾ 'ਚ ਤਾਂ ਪਿਆਰ ਹੀ ਹੁੰਦਾ, ਤੇ ਹੋਰ ਟਰਾਈ ਕਰ ਲਾਂਗੇ। ਸੋ ਗੱਲ ਆਏ ਆ ਵੀ, ਪਰ ਹੁਣ ਮੈਨੂੰ ਆਊਟ ਆਫ ਪਲੇਸ ਜਾਂ ਫੀਲ ਕਰਾਤਾ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ, ਹਨਾ, ਉਹ ਜਦੋਂ ਆਊਟ ਆਫ ਪਲੇਸ ਵੀ ਤੁਸੀਂ ਇਸ ਜਗ੍ਹਾ ਨੂੰ ਬਿਲੋਂਗ ਨਹੀਂ ਕਰਦੇ, ਇਹਦੇ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਆ, ਉਹ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਇਫੈਕਟ ਕਰਦੀ ਆ। ਦੇਖੋ, ਮੈਂ ਆਪਦੇ ਦਿਲ ਦੀ ਗੱਲ ਕਰ ਰਿਹਾ। ਹੋ ਸਕਦਾ ਇਹਨੂੰ ਕੋਈ ਮੰਨੇ ਵੀ ਦੇਖੋ ਦੀਪ ਸਿੱਧੂ ਹੁਣ ਕਿਹੋ ਜਿਹੀ ਗੱਲ ਕਰ ਰਿਹਾ, ਹਨਾ, ਪਰ ਦੀਪ ਸਿੱਧੂ ਲੜਾਈ ਤੋਂ ਪਿੱਛੇ ਨਹੀਂ ਹਟੂਗਾ ਕਦੇ। ਪਰ ਯੋਧਿਆਂ ਵਾਲੀ ਲੜਾਈ ਹੋਵੇ, ਤੇਗਾਂ ਫੜ ਕੇ ਆ ਜਾਓ ਆਮਣੋ ਸਾਹਮਣੇ, ਫਿਰ ਆਪਾਂ ਲੜਦੇ ਹਾਂ, ਫਿਰ ਦੇਖਦੇ ਹਾਂ ਸਾਡੇ 'ਚ ਕਿੰਨਾ ਕਦਮ ਆ। ਪਰ ਜਦੋਂ ਬਿਲੋ ਦਾ ਬੈਲਟ ਕੋਈ ਵਾਰ ਕਰਦਾ, ਉਹ ਫਿਰ ਮੈਂ ਬਿਲੋ ਦਾ ਬੈਲਟ ਜਾ ਕੇ ਵਾਰ ਨਹੀਂ ਕਰ ਸਕਦਾ। ਠੀਕ ਹੈ। ਤੇ ਬਾਈ ਗੱਲ ਚਲੋ ਇਹ ਤੇ ਹੋ ਗਈ ਆਪਣੀ ਰਾਜਨੀਤੀ ਜੋ ਹੋ ਰਹੀ ਹੈ, ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਉਹ ਗੱਲਾਂ ਕਰੀਏ, ਪਰ ਇੱਕ ਭਾਵਨਾਵਾਂ ਹੁੰਦੀਆਂ ਬੰਦੇ ਨੂੰ। ਤੇ ਹੁਣ ਜੀ ਮੇਰਾ ਮਾਨਸਿਕਤਾ ਜਾਂ ਸਟੇਟ ਆਫ ਮਾਈਂਡ ਨਿਕਲਿਆ ਹੀ ਬਾਹਰ। ਆਮ ਸੌਰੀ। ਨਹੀਂ ਠੀਕ ਹੈ। ਇਹ ਗੱਲਾਂ ਚਲੋ ਇੱਕ
ਇਸ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਕਹਿਣਗੇ ਵੀ ਨਹੀਂ ਤੁਹਾਨੂੰ ਛੇੜਨੀਆਂ ਚਾਹੀਦੀਆਂ ਸੀਗੀਆਂ, ਹਾਂਜੀ। ਪਰ ਚਲੋ ਜਜ਼ਬਾਤ ਨੇ, ਧੱਕਾ ਹੋ ਰਿਹਾ ਲੱਗ ਰਿਹਾ ਹੈ, ਤੇ ਉਸ ਦੇ ਬਾਰੇ ਤੁਸੀਂ ਵਿਚਾਰ ਜ਼ਰੂਰ ਦਿਓਗੇ। ਤੇ ਗੱਲ ਹੁਣ ਆ ਜਾਂਦੀ ਹੈ ਬਾਈ ਜੀ, ਅਸੀਂ ਇਹਨਾਂ ਕਾਨੂੰਨਾਂ ਬਾਰੇ ਕਰ ਲਈ। ਹੁਣ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਜਿਹੜਾ ਹੈਗਾ ਹੈ ਉਹ ਜਾਣ ਨੂੰ ਫਿਰਦਾ ਹੈ, ਹਾਂਜੀ। ਤੇ ਰਾਏ ਮੰਗ ਰਿਹਾ। ਕਾਨੂੰਨੀ ਗਤੀਵਿਧੀਆਂ ਦੇ ਨਾਲ ਚਰਚਾ ਜਿਹੜੀ ਛਿੜੀ ਹੈ, ਤੁਸੀਂ ਵੀ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਤੇ ਇਹਨੂੰ ਠੀਕ ਮੰਨ ਰਹੇ ਹੋ ਜਾਂ ਕੋਈ ਪੈਂਤੜਾ ਹੈ? ਵੈਸੇ ਇੱਧਰ ਨੂੰ ਆਪਾਂ ਤੁਰਨਾ ਨਹੀਂ ਸੀ, ਪਰ ਚਲੋ ਆਪਾਂ ਮਾੜੀ ਜੀ ਫਿਰ ਗੱਲ ਕਰ ਲੈਂਦੇ ਆ। ਜੇ ਸੁਪਰੀਮ ਕੋਰਟ 'ਚ ਬਾਈ ਗੱਲ ਗਈ ਆ, ਦੇਖੋ ਇੱਕ ਉੱਥੇ SLP ਫਾਈਲ ਹੋਈ ਆ, ਸਪੈਸ਼ਲ ਲੀਵ ਪਟੀਸ਼ਨ ਇਹਦੇ ਤੇ, ਹੈ ਨਾ। ਤੇ ਮੈਨੂੰ ਲੱਗਦਾ ਸਰਕਾਰ ਨੇ ਜਾਣ ਕੇ ਫਾਈਲ ਕੀਤੀ ਆ। ਅੱਛਾ। ਤੇ ਇੱਕ ਪਲਾਨਡ ਆ ਇਹ ਗੱਲ, ਕਿਉਂਕਿ ਜੇ ਆਪਾਂ ਉਹਦੇ ਤੇ ਅੱਜ ਸੁਪਰੀਮ ਕੋਰਟ ਦੀ ਫਾਈਂਡਿੰਗ ਵੀ ਦੇਖੀਏ, ਫਾਈਂਡਿੰਗ ਇਹ ਤਾਂ ਚਲੋ ਕੌਨਸਟੀਟਿਊਸ਼ਨਲ ਰਾਈਟ ਆ, ਸਾਡਾ ਸੰਵਿਧਾਨਕ ਹੱਕ ਆ ਵੀ ਅਸੀਂ ਮੋਰਚੇ ਧਰਨੇ ਲਾਈਏ ਤੇ ਇੱਕ ਪੀਸਫੁਲ ਢੰਗ ਨਾਲ ਆਪਦਾ ਜਿਹੜਾ ਪ੍ਰੋਟੈਸਟ ਆ ਉਹਨੂੰ ਦਰਜ ਕਰਾਈਏ, ਹੈ ਨਾ। ਸ਼ਾਂਤਮਈ ਢੰਗ ਨਾਲ ਹੀ ਕੀਤਾ ਜਾ ਰਿਹਾ। ਤੇ ਪਰ ਹੁਣ ਜਿਹੜੀ ਗੱਲ ਜਾਂ ਇੱਕ ਡੈਡਲੌਕ ਬਣ ਗਿਆ ਸੀ, ਜਿੱਥੇ ਆ ਕੇ ਗੱਲ ਰੁਕੀ ਆ, ਸਾਡੀ ਧਿਰੇ ਕਹਿ ਰਹੀ ਆ ਵੀ ਰੱਦ ਕਰਾਏ ਬਿਨਾਂ ਅਸੀਂ ਵਾਪਸ ਨਹੀਂ ਜਾਣਾ, ਤੇ ਸਰਕਾਰ ਕਹਿ ਰਹੀ ਹੈ ਵੀ ਨਹੀਂ, ਤੁਸੀਂ ਸਾਡੇ ਨਾਲ ਕੋਈ ਕਮੇਟੀ ਦਾ ਗਠਨ ਕਰੋ। ਇੱਥੇ ਹੀ ਗੱਲ ਟੁੱਟੀ ਸੀ, ਤੇ ਉਹਨਾਂ ਨੇ ਆਪਦੇ ਕੁਝ ਸੁਝਾਅ ਵੀ ਭੇਜੇ ਸੀ। ਹੁਣ ਸੁਪਰੀਮ ਕੋਰਟ ਵੀ ਉਹੀ ਗੱਲ ਕਹਿ ਰਿਹਾ ਵੀ ਤੁਸੀਂ ਇੱਕ ਕੋਈ ਕਮੇਟੀ ਕਨਸਟੀਟਿਊਟ ਕਰੋ, ਹੈ ਨਾ, ਇੱਕ ਫੋਰਮ ਬਣਾਓ, ਉਹਦੇ 'ਚ ਫਿਰ ਜਿਹੜੀਆਂ ਗੱਲਾਂ ਨਿਕਲਣਗੀਆਂ ਉਹਦੇ 'ਤੇ ਉਸ ਅਕੋਰਡਿੰਗਲੀ ਗਾਂ ਡਿਸਾਈਡ ਕੀਤਾ ਜਾਊਗਾ। ਸੋ ਇਨ ਦਾ ਐਂਡ ਆਫ ਦਾ ਡੇ ਦੇਖੋ, ਕਾਨੂੰਨ ਆ, ਕਾਨੂੰਨ ਦੀ ਜਿਹੜੀ ਵੀ ਉਹ ਸੰਵਿਧਾਨਕ ਹੈ ਕਿ ਨਹੀਂ, ਇਹ ਸੁਪਰੀਮ ਕੋਰਟ 'ਚ ਪਰਖਿਆ ਜਾਊਗਾ। ਹੁਣ ਸੁਪਰੀਮ ਕੋਰਟ ਕਹੂ ਵੀ ਬਿਲਕੁਲ ਸੰਵਿਧਾਨਕ ਆ, ਉਹਨੇ ਦੇਖੋ ਸਰਕਾਰਾਂ ਦੇ ਹੱਕ 'ਚ ਹੀ ਭੁਗਤੇ ਅੱਜ ਤਾਈਂ ਕੋਰਟ। ਇਹ ਇੱਕ ਵੱਖਰਾ, ਹਾਲਾਂਕਿ ਕੋਰਟ ਬੜੇ ਨਿਰਪੱਖ ਹੋਣੇ ਚਾਹੀਦੇ ਸੀ। ਹੁਣ ਤੱਕ 370 ਵੇਲੇ ਵੀ ਪਟੀਸ਼ਨ ਫਾਈਲ ਹੋਈ, ਤੁਸੀਂ ਦੇਖ ਲਓ ਕੀ ਹੋਇਆ। NRCC CA ਵੇਲੇ ਵੀ ਹੋਈ, ਦੇਖ ਲਓ ਕੀ ਹੋਇਆ। ਟੇਕ ਅਪ ਹੀ ਨਹੀਂ ਹੋਏ ਮੈਟਰ, ਹੈ ਨਾ, ਤੇ ਉਹ ਹਜੇ ਤੱਕ ਲਟਕੇ ਹੋਏ ਆ। ਇਸੇ ਤਰ੍ਹਾਂ ਪਟੀਸ਼ਨਸ ਫਾਈਲ ਹੋਈਆਂ, GST ਨੂੰ ਵੀ ਚੈਲੰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਹੋਰ ਵੀ ਬੜੇ ਮੌਕਿਆਂ 'ਤੇ ਪਟੀਸ਼ਨਸ ਫਾਈਲ ਹੋਈਆਂ, ਟੇਕ ਅਪ ਨਹੀਂ ਹੁੰਦੇ ਸੀ। ਹੁਣ ਟੇਕ ਅਪ ਵੀ ਹੋ ਗਈ। ਹੁਣ ਵਕੇਸ਼ਨ ਬੈਂਚ ਦੇ ਸਾਹਮਣੇ, ਕਿਉਂਕਿ ਛੁੱਟੀਆਂ ਹੋ ਗਈਆਂ, ਉਹਨਾਂ ਦੇ ਸਾਹਮਣੇ ਰੱਖਿਆ ਗਿਆ। ਮੰਡੇ ਨੂੰ ਆ ਮੈਨੂੰ ਲੱਗਦਾ ਦੁਬਾਰਾ ਫਿਰ। ਤੇ ਇਹਦੇ 'ਤੇ ਮੇਨ ਗੱਲ ਇਹੀ ਨਿਕਲ ਕੇ ਆਉਣੀ ਆ ਵੀ ਤੁਸੀਂ ਇੱਕ ਕਮੇਟੀ ਕਨਸਟੀਟਿਊਟ ਕਰੋ। ਉਹ ਕਮੇਟੀ ਦੀਆਂ ਰਿਕਮੈਂਡੇਸ਼ਨ ਹੋਣਗੀਆਂ, ਤੇ ਉਸ ਰਿਕਮੈਂਡੇਸ਼ਨਸ ਨੂੰ ਕੰਸੀਡਰ ਕਰਕੇ ਉਹਨੂੰ ਧਿਆਨ 'ਚ ਰੱਖ ਕੇ ਗਾਂ ਫੈਸਲਾ ਲਿਆ ਜਾਊਗਾ। ਅੱਜ ਜਿਹੜਾ ਫੈਸਲਾ ਆਇਆ ਵੀ ਨਹੀਂ, ਕਿਸਾਨਾਂ ਨੂੰ ਨਹੀਂ ਉਠਾਇਆ ਜਾ ਸਕਦਾ, ਇਹ ਉਹਨਾਂ ਦਾ ਮੌਲਿਕ ਅਧਿਕਾਰ ਹੈ, ਇਹਦਾ ਮਤਲਬ ਵਿਸ਼ਵਾਸ ਜਿੱਤਿਆ ਜਾ ਰਿਹਾ? ਵਿਸ਼ਵਾਸ ਜਿੱਤਿਆ ਜਾ ਰਿਹਾ। ਹਾਂਜੀ, ਬਿਲਕੁਲ। ਜਿਹੜੀ ਗੱਲ ਸਰਕਾਰ ਆਪ ਕੋਸ਼ਿਸ਼ ਕਰ ਰਹੀ ਸੀ ਕਰਨ ਵਾਸਤੇ, ਉਹ ਹੁਣ ਵਾਇਆ ਸੁਪਰੀਮ ਕੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਤੇ ਜਥੇਬੰਦੀਆਂ ਨੂੰ ਫਿਰ ਇਹ ਹੁਣ ਯਕੀਨ ਕਿਵੇਂ ਆਵੇ? ਕਿਉਂਕਿ ਬਹੁਤ ਗੱਲਾਂ ਆ ਜਾਂਦੀਆਂ ਵੀ ਦੀਪ ਸਿੱਧੂ ਦੂਜੀ ਧਿਰ ਦਾ ਬੰਦਾ ਹੈ, ਵੀ ਜਿਹੜੀ ਗੱਲ ਤੁਸੀਂ ਕਹੀ ਹੈ ਉਹਦੇ ਵਿੱਚ ਸੱਚਾਈ ਹੈ ਜਾਂ ਉਹੀ ਪੈਂਤੜਾ ਹੋ ਸਕਦਾ, ਫਿਰ ਉਹਨਾਂ ਨੂੰ ਵਿਸ਼ਵਾਸ? ਦੇਖੋ, ਗੱਲ ਆਏ ਆ ਨਾ ਭਾਈ, ਅਸੀਂ ਤਾਂ ਸਿੱਧੇ ਤੌਰ 'ਤੇ ਕਾਨੂੰਨ ਰੱਦ ਕਰਨ ਦੀ ਗੱਲ ਕਰ ਰਹੇ ਹਾਂ। ਜਦੋਂ ਰੱਦ ਕਰਨ ਦੀ ਗੱਲ ਕਰ ਰਹੇ ਹਾਂ, ਫਿਰ ਸੁਪਰੀਮ ਕੋਰਟ 'ਚ ਜਾ ਕੇ ਕਮੇਟੀ ਕਨਸਟੀਟਿਊਟ ਕਰਨੀ, ਇਹ ਗਾਂ ਰਾਹ ਕਿੱਧਰ ਨੂੰ ਜਾ ਰਿਹਾ? ਤੇ ਉੱਥੇ ਜਿਹੜੇ ਸਾਡੇ ਕਾਉਂਸਲ ਹੋਣਗੇ ਉਹ ਕੀ ਕਹਿਣਗੇ ਵੀ ਸਾਡੇ ਬੰਦੇ ਰੱਦ ਕਰੇ ਬਿਨਾਂ ਨਹੀਂ ਹਟਦੇ? ਉਹ ਕਹਿੰਦੇ, ਉਹਨਾਂ ਨੇ ਤਾਂ ਗੱਲ ਇਹ ਕਹਿਣੀ ਆ, ਨਹੀਂ ਇਹ ਥੋੜ੍ਹੀ ਹੋਊਗਾ, ਕਾਨੂੰਨ ਦੇ ਅਕੋਰਡਿੰਗਲੀ ਹੋਊਗਾ। ਇੱਥੇ ਤਾਂ ਉਹਨਾਂ ਨੇ ਤਾਂ ਕਾਨੂੰਨ ਪਰਖਣੇ ਆ, ਅਸੀਂ ਕਾਨੂੰਨਾਂ ਨੂੰ ਹੀ ਤਾਂ ਗਲਤ ਕਹਿ ਰਹੇ ਹਾਂ ਨਾ। ਸੋ ਜੇ ਅਸੀਂ ਕਮੇਟੀ ਦੀ ਰਿਕਮੈਂਡੇਸ਼ਨਸ 'ਤੇ ਫੈਸਲੇ ਲਵਾਂਗੇ, ਕਮੇਟੀ ਨੇ ਤਾਂ ਇਹੀ ਦੇਖਣਾ ਵੀ ਕਿੰਨਾ ਕੁ ਸੰਵਿਧਾਨਕ ਆ, ਕਿੰਨਾ ਸੰਵਿਧਾਨਕ ਨਹੀਂ ਆ। ਸੁਪਰੀਮ ਕੋਰਟ ਇਹਦੇ ਆਫਟਰ ਇਫੈਕਟਸ 'ਤੇ ਤਾਂ ਫੈਸਲੇ ਨਹੀਂ ਦੇ ਸਕਦਾ ਨਾ। ਉਹਨਾਂ ਨੇ ਤਾਂ ਕਨਸਟੀਟਿਊਸ਼ਨ ਦੇ ਬੇਸ ਤੇ ਹੀ ਫੈਸਲੇ ਦੇਣੇ ਆ, ਕਾਨੂੰਨ ਦੇ ਬੇਸ ਤੇ ਫੈਸਲੇ ਦੇਣੇ। ਬਣਾਏ ਹੋਏ ਕਾਨੂੰਨ ਮਤਲਬ ਕਿ ਸੰਵਿਧਾਨਕ ਤਰੀਕੇ ਦੇ ਨਾਲ ਹੀ ਇਹ ਹੁਣ ਬਣਾਏ ਹੋਏ ਆ, ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਫਰਕ ਪਊਗਾ? ਐਵੇਂ ਕੁਝ ਨਹੀਂ, ਆਪਾਂ ਇਹ ਕਹਿ ਰਹੇ ਹਾਂ, ਦੇਖੋ ਸਾਡਾ ਪੁਆਇੰਟ ਕੀ ਆ ਵੀ ਇਹਨਾਂ ਕਾਨੂੰਨਾਂ ਨੇ ਇੱਥੇ ਕੰਪਨੀਆਂ ਨੂੰ ਲੈ ਕੇ ਆ ਜਾਣਾ। ਇਹਨਾਂ ਕਾਨੂੰਨਾਂ ਨੇ ਸਾਡੇ ਜ਼ਮੀਨੀ ਪ੍ਰਬੰਧ ਆ ਜਿਹੜੇ, ਉਹ ਕੰਪਨੀਆਂ ਦੇ ਹੱਥ 'ਚ ਦੇ ਦੇਣੇ ਆ। ਉਹਦੇ ਨਾਲ ਸਾਨੂੰ ਬਹੁਤ ਤਰ੍ਹਾਂ ਦੇ ਖਤਰੇ ਆ। ਆਰਥਿਕ ਖਤਰਾ ਵੀ ਆ, ਸਾਨੂੰ ਰਾਜਨੀਤਿਕ ਖਤਰਾ ਵੀ ਆ, ਉਹਦੇ ਨਾਲ ਸਾਨੂੰ ਸੱਭਿਆਚਾਰਕ ਖਤਰਾ ਵੀ ਆ, ਤੇ ਉਹਦੇ ਨਾਲ ਸਾਨੂੰ ਇਨਵਾਇਰਮੈਂਟਲ,
ਜਿਹੜਾ ਖਤਰਾ ਉਹ ਵੀ ਆ ਹਨਾ, ਵਾਤਾਵਰਨ ਸੰਬੰਧੀ ਜਿਹੜੀਆਂ ਚੀਜ਼ਾਂ ਇਹ ਖਤਰੇ ਆ ਸਾਨੂੰ ਜੇ ਇਹ ਕਾਨੂੰਨ ਸਾਡੇ ਤੇ ਲਾਗੂ ਹੁੰਦੇ ਆ ਤਾਂ। ਹੁਣ ਇਸ ਗੱਲ ਤੇ ਤਾਂ ਸੁਪਰੀਮ ਕੋਰਟ ਨੇ ਕੋਈ ਫਾਈਂਡਿੰਗ ਨਹੀਂ ਦੇਣੀ, ਇਹ ਤਾਂ ਫਿਊਚਰ 'ਚ ਇੱਕ ਹੋਣ ਵਾਲਾ ਪ੍ਰੋਸੈਸ ਆ। ਕਾਨੂੰਨ ਕਿਵੇਂ ਕੰਮ ਕਰਦਾ ਇਹਨੂੰ ਸਮਝੀਏ। ਕਾਨੂੰਨ ਤਾਂ ਲਿਖੇ ਹੋਏ ਸੰਵਿਧਾਨ ਤੇ ਲਿਖੇ ਹੋਏ ਕਾਨੂੰਨਾਂ ਦੇ ਆਧਾਰ ਤੇ ਕੋਰਟ ਉਵੇਂ ਉਹਨਾਂ ਦੇ ਆਧਾਰ ਤੇ ਕੰਮ ਕਰਦਾ। ਕੋਰਟ ਨੇ ਅਸੀਂ ਉੱਥੇ ਜਾ ਕੇ ਜੇ ਮੰਨ ਲਓ ਇਹ ਗੱਲ ਕਹੀ ਵੀ ਪਹਿਲੀ ਗੱਲ ਤਾਂ ਜਿਹੜਾ ਖੇਤੀਬਾੜੀ ਆ ਇਹ ਸਟੇਟ ਸਬਜੈਕਟ ਆ, ਇਹਦੇ ਤੇ ਸੈਂਟਰ ਲਾਅ ਨਹੀਂ ਬਣਾ ਸਕਦਾ। ਸੈਂਟਰ ਇਹ ਕਹੂ ਅਸੀਂ ਖੇਤੀਬਾੜੀ ਜਾਂ ਐਗਰੀਕਲਚਰ ਦੇ ਉਹਦੇ ਤਹਿਤ ਬਣਾਏ ਹੀ ਨਹੀਂ, ਅਸੀਂ ਤਾਂ ਟ੍ਰੇਡ ਐਂਡ ਕਾਮਰਸ 'ਚ ਬਣਾਏ ਆ। ਇਹ ਟ੍ਰੇਡ ਐਂਡ ਕਾਮਰਸ ਦੇ ਲਾਅ ਆ। ਇੱਕ ਤਾਂ ਉੱਥੇ ਜਾ ਕੇ ਗੱਲ ਲੜਨੀ ਆ ਤੇ ਉਹਦੇ ਤੇ ਬਹਿਸ ਹੋਣੀ ਆ, ਫਿਰ ਅਸੀਂ ਕਵਾਂਗੇ ਇਹ ਕਨਸਟੀਟਿਊਸ਼ਨਲ ਨਹੀਂ ਆ, ਇਹ ਸੰਵਿਧਾਨਕ ਨਹੀਂ ਆ, ਇਹ ਗੈਰ ਸੰਵਿਧਾਨਕ ਆ। ਉਹ ਕਹਿਣਗੇ ਪ੍ਰੂਫ ਕਰੋ ਹਨਾ। ਫਿਰ ਕਮੇਟੀ ਕਨਸਟੀਟਿਊਟ ਜਿਹੜੀ ਹੋਈ ਆ, ਕਮੇਟੀ 'ਚ ਇਹੀ ਸਾਰੀਆਂ ਬਹਿਸਾਂ ਹੋਣਗੀਆਂ। ਪਰ ਆ ਤਾਂ ਅਸੀਂ ਕਾਨੂੰਨ ਦੇ ਦਾਇਰੇ 'ਚ ਗਏ ਨਾ। ਫਿਰ ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਇਹ ਸਾਨੂੰ ਕਿਸੇ ਕਾਨੂੰਨ ਦੇ ਦਾਇਰੇ 'ਚ ਨਾ ਰੱਖੋ, ਇਹਨਾਂ ਨੂੰ ਰੱਦ ਕਰੋ। ਕਿਉਂਕਿ ਸੰਵਿਧਾਨ ਜਾਂ ਕਾਨੂੰਨ ਜਿਹੜਾ ਹੈਗਾ ਉਹ ਭਵਿੱਖ ਨੂੰ ਨਹੀਂ ਦੇਖਦਾ, ਬਿਲਕੁਲ ਉਹ ਮੌਜੂਦਾ ਲਿਖਤ ਦੇਖਦਾ। ਉਹ ਤਾਂ ਲਿਖਤ ਵੀ ਉਹਦਾ ਲਿਖਤ ਨੂੰ ਪਰਖੂਗਾ ਕਿਵੇਂ? ਲਿਖਤ ਨੂੰ ਪਰਖਿਆ ਜਾਂਦਾ ਜਿਹੜੇ ਬਣਿਆ ਤਾਂ ਜੇ ਆਉਣ ਵਾਲੇ ਸਮੇਂ 'ਚ ਹੋਣਾ ਹੀ। ਬਿਲਕੁਲ ਪ੍ਰੈਕਟੀਕਲ ਦੇ ਉੱਤੇ ਕਾਨੂੰਨ ਨੇ ਤੁਹਾਨੂੰ ਕੋਈ ਨਿਆਂ ਨਹੀਂ ਦੇਣਾ, ਕੋਈ ਫੈਸਲਾ ਨਹੀਂ ਦੇਣਾ। ਕੋਰਟ ਨੇ ਉਹਦੇ ਉੱਤੇ ਕੋਈ ਫੈਸਲਾ ਨਹੀਂ ਦੇਣਾ। ਸਾਡੀ ਪ੍ਰੈਕਟੀਕੈਲਿਟੀ ਕੀ ਆ ਵੀ ਜਦੋਂ ਕੰਟਰੈਕਟ ਫਾਰਮਿੰਗ ਆ ਗਈ, ਜਦੋਂ ਕੰਪਨੀਆਂ ਆ ਗਈਆਂ, ਜਦੋਂ ਜਮਾਖੋਰੀ ਆ ਜਿਹੜੀ ਲੀਗਲ ਹੋ ਗਈ, ਇਹਨਾਂ ਨੇ ਜ਼ਮੀਨੀ ਪ੍ਰਬੰਧ ਹੀ ਸਾਰਾ ਲੈ ਜਾਣਾ ਸਾਡੇ ਤੋਂ। ਅਸੀਂ ਤਾਂ ਮਜ਼ਦੂਰ ਬਣ ਜਾਾਂਗੇ। ਹੁਣ ਇਸ ਗੱਲ ਨੂੰ ਕਿਵੇਂ ਪਰਖੂਗਾ ਕੋਰਟ ਹਨਾ। ਸੋ ਇਸ ਕਰਕੇ ਕੋਰਟ ਦਾ ਜਿਹੜਾ ਦਾਇਰਾ ਉਹ ਕਾਨੂੰਨ ਦੇ ਦਾਇਰੇ 'ਚ ਹੀ ਆ, ਕਾਨੂੰਨ ਤੋਂ ਬਾਹਰ ਤਾਂ ਜਾਇਆ ਨਹੀਂ ਜਾ ਸਕਦਾ। ਸੋ ਜਦੋਂ ਅਸੀਂ ਇਹਨਾਂ ਚੱਕਰਾਂ 'ਚ ਪੈ ਜਾਾਂਗੇ ਫਿਰ ਕੋਰਟ ਤਾਂ ਅਸੀਂ ਪੰਜਾਬ ਬੈਠੇ ਪਹਿਲਾਂ ਹੀ ਤੁਰ ਜਾਂਦੇ। ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਹੀ ਫਾਈਲ ਕਰਨੀ ਸੀ ਨਾ। ਸਾਡਾ ਇੱਥੇ ਆਉਣ ਦਾ ਮਕਸਦ ਕੀ ਸੀ ਫਿਰ? ਇਸੇ ਕਰਕੇ ਤਾਂ ਲੱਖੋਵਾਲ ਨੂੰ ਵੀ ਸਾਈਡ ਕੀਤਾ। ਹਾਂਜੀ, ਇਸੇ ਕਰਕੇ ਜਦੋਂ ਪਹਿਲਾਂ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਸੀ ਕਿੰਨਾ ਵਿਰੋਧ ਹੋਇਆ, ਫਿਰ ਉਹਨਾਂ ਨੇ ਵਿਡਰਾਅ ਕੀਤੀ। ਸੋ ਇਹ ਆਪਸ਼ਨ ਸਾਡੇ ਲਈ ਨਹੀਂ ਸੀ। ਹੁਣ ਜਿੱਥੇ ਅਸੀਂ ਖੜੇ ਹਾਂ, ਅਸੀਂ ਜਿਹੜਾ ਇੱਥੇ ਆ ਕੇ ਬੈਠੇ ਹਾਂ ਸੰਘਰਸ਼ 'ਚ ਦਬਾਅ ਪਾਈ ਜਾਂਦੇ ਹਾਂ, ਇਸੇ ਕਰਕੇ ਪਾਈ ਜਾਂਦੇ ਹਾਂ ਵੀ ਇਹਨਾਂ ਨੂੰ ਰੱਦ ਕਰੋ ਜੀ, ਇਹ ਸਾਡੇ ਉੱਤੇ ਥੋਪੋ ਨਾ। ਇਹ ਫਿਰ ਜਿਹੜੀ ਉਸ ਟਾਈਮ ਪਟੀਸ਼ਨ ਦਾਇਰ ਕੀਤੀ ਸੀ, ਇਹ ਹੋ ਸਕਦਾ ਵੀ ਕਰਵਾਈ ਗਈ ਹੋਵੇ ਕਦੋਂ ਕੀਤੀ ਸੀ ਜੀ? ਹਾਂਜੀ, ਉਦੋਂ ਵੀ ਕਿਸੇ ਨੇ ਇਸ ਗੱਲ ਤੇ ਡੈਫੀਨੇਟਲੀ ਮੇਰੇ ਖਿਆਲ 'ਚ ਆਪਸ 'ਚ ਤਾਂ ਡਿਸਕਸ ਹੋਇਆ ਨਹੀਂ। ਔਰ ਉਸ ਵੇਲੇ ਵੀ ਮੈਂ ਇਹ ਗੱਲ ਪੁਆਇੰਟ ਆਊਟ ਕੀਤੀ ਸੀ ਵੀ ਇਹਨੂੰ ਕਾਨੂੰਨੀ ਲੜਾਈ ਨਾ ਬਣਾਓ। ਕਾਨੂੰਨੀ ਲੜਾਈ ਜੇ ਅਸੀਂ ਇਹਨੂੰ ਬਣਾ ਲਈਏ, ਸਾਡੇ ਲਈ ਉਦੋਂ ਵੀ ਅਸੀਂ ਧਰਨਿਆਂ ਮੋਰਚਿਆਂ 'ਚ ਬੈਠੇ ਸੀ, ਉਦੋਂ ਪੰਜਾਬ ਬੈਠੇ ਸੀ, ਇਹ ਸਾਡੇ ਲਈ ਚੰਗੀ ਗੱਲ ਨਹੀਂ ਹੋਊਗੀ। ਤੇ ਉੱਥੇ ਹੀ ਅਸੀਂ ਫਿਰ ਜੇ ਆ ਕੇ ਹੁਣ ਉਸੇ ਮੋੜ ਤੇ ਫਿਰ ਚਲੇ ਜਾਂਦੇ ਆ ਜਾਂ ਉਸ ਪਾਸੇ ਨੂੰ ਵੱਧ ਜਾਂਦੇ ਆ ਤਾਂ ਚੰਗੀ ਗੱਲ ਨਹੀਂ ਹੋਊਗੀ। ਫਿਰ ਅਸੀਂ ਕੁਝ ਗੱਲਾਂ ਨੋਟ ਕੀਤੀਆਂ ਵੀ ਜਿਵੇਂ ਦੀਪ ਸਿੱਧੂ ਨੇ ਕਿਹਾ ਤਾਂ ਜਥੇਬੰਦੀਆਂ ਨੇ ਉਸ ਤਰ੍ਹਾਂ ਕੀਤਾ। ਮੈਂ ਹੁਣ ਉਹ ਪੁਆਇੰਟ ਨਹੀਂ ਗਿਣਾਉਣਾ ਚਾਹੁੰਦਾ, ਫਿਰ ਗੱਲ ਉਹੀ ਆ ਜਾਣੀ ਵੀ ਸ਼ਾਇਦ ਜਥੇਬੰਦੀਆਂ ਕਿਸਾਨਾਂ ਦੀਪ ਸਿੱਧੂ ਦੇ ਵਿੱਚ ਵਿਵਾਦ ਪਾਉਣਾ ਚਾਹੁੰਦੇ ਮੀਡੀਆ। ਪਰ ਅਸੀਂ ਉਹ ਨੋਟ ਕੀਤੀਆਂ ਜੋ ਤੁਸੀਂ ਬੋਲੇ ਉਹਨਾਂ ਨੇ ਅਮਲ ਕੀਤਾ। ਕੁਝ ਬੰਦੇ ਹੈ ਜਿਹੜੇ ਵਿੱਚ ਕਹਿੰਦੇ ਨੇ ਵੀ ਹਾਂ ਯਾਰ ਠੀਕ ਗੱਲ ਹੈ, ਕਿਉਂਕਿ ਸਾਨੂੰ ਇਹ ਨਹੀਂ ਹੈ ਵੀ ਬੰਦਾ ਕਿਹਦਾ ਜਾਂ ਆਪਾਂ ਨੇ ਗੱਲ ਦੇਖਣੀ। ਹੁਣ ਤੁਸੀਂ ਸਲਾਹ ਕੀ ਦਿੰਦੇ ਹੋ? ਕਾਨੂੰਨ ਦੇ ਦਾਇਰੇ ਦੇ ਵਿੱਚ ਜਾਣਾ ਚਾਹੀਦਾ ਹੈ? ਕਿਉਂਕਿ ਵਕੀਲਾਂ ਦੇ ਪੈਨਲ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ, ਉਹ ਕਿਸ ਤਰ੍ਹਾਂ ਦੀ ਸਲਾਹ ਦਿੰਦੇ ਨੇ ਇਹ ਨਹੀਂ ਪਤਾ, ਪਰ ਤੁਹਾਡੀ ਸਲਾਹ? ਦੇਖੋ, ਉਹ ਤਾਂ ਚਲੇ ਗਏ ਉੱਥੇ 3-4 ਮੈਨੂੰ ਜੋ ਪਤਾ ਲੱਗਿਆ ਸੀ 3-4 ਜਥੇਬੰਦੀਆਂ ਤਾਂ ਇੰਟਰਵੀਨ ਕਰ ਗਈਆਂ ਜਾਂ ਆਈਡੈਂਟੀਫਾਈ ਕਰ ਲਈਆਂ ਕੋਰਟ ਨੇ, ਤੇ ਉੱਥੇ ਆਪਦੇ ਕਾਉਂਸਲ ਵੀ ਅਪਾਇੰਟ ਕੀਤੇ ਆ ਜਥੇਬੰਦੀਆਂ ਨੇ। ਸ਼ਾਇਦ ਫੁਲਕਾ ਸਾਹਿਬ ਨੂੰ ਅਪਾਇੰਟ ਕੀਤਾ ਜਾਂ ਕਿਸੇ ਕਾਉਂਸਲ ਨੂੰ ਅਪਾਇੰਟ ਜ਼ਰੂਰ ਕੀਤਾ ਹੈ ਨਾ। ਸੋ ਜਦੋਂ ਹੁਣ ਇਹ ਮੈਟਰ ਸੁਪਰੀਮ ਕੋਰਟ 'ਚ ਚਲਾ ਗਿਆ ਤਾਂ ਇੱਕ ਨਵੀਂ ਐਂਟਰੀ ਆ, ਇਹ ਇੱਕ ਨਵਾਂ ਜਿਹੜਾ ਮੋੜ ਆ ਇਸ ਸਾਰੇ ਸੰਘਰਸ਼ ਦਾ। ਜੇ ਉਹ ਮੋੜ ਅਸੀਂ ਉਸ ਕਾਨੂੰਨੀ ਦਾਇਰੇ ਦੇ ਅੰਦਰ ਆਪਦੇ ਆਪ ਨੂੰ ਲੈ ਕੇ ਜਾਂਦੇ ਹਾਂ, ਫਿਰ ਅਸੀਂ ਇਹ ਕਹਿ ਰਹੇ ਹਾਂ ਇੱਕ ਪਾਸੇ ਵੀ ਅਸੀਂ ਰੱਦ ਕਰਾਏ ਬਿਨਾਂ ਨਹੀਂ ਆਉਣਾ। ਉਹ ਤਾਂ ਫਿਰ ਸਰਕਾਰ ਨੂੰ ਡਿਸੀਜਨ ਲੈਣਾ ਚਾਹੀਦਾ ਸੀ। ਕੋਰਟ ਨੇ ਤਾਂ ਰੱਦ ਨਹੀਂ ਕਰਨੀ। ਕੋਰਟ ਨੇ ਤਾਂ ਉਹਦੀ ਕਨਸਟੀਟਿਊਸ਼ਨਲ ਵੈਲਿਡਿਟੀ, ਦੇਖੋ ਕਨਸਟੀਟਿਊਸ਼ਨਲ ਵੈਲਿਡਿਟੀ ਤਾਂ ਇਹਨਾਂ ਦੇ ਲੀਗਲ ਐਕਸਪਰਟਸ ਨੇ ਤਾਂ ਪਹਿਲਾਂ ਹੀ ਚੈੱਕ ਕੀਤੀ ਹੋਣੀ ਹੈ ਨਾ। ਕਨਸਟੀਟਿਊਸ਼ਨਲ ਵੈਲਿਡਿਟੀ ਦੇ ਕਰਕੇ ਹੀ ਇਹਨਾਂ ਨੇ ਪਹਿਲਾਂ ਇਹ ਪਾਸ ਕਿਵੇਂ ਹੁੰਦੇ ਆਪਾਂ ਇਹ ਦੇਖਦੇ ਹਾਂ।
ਜਦੋਂ ਕਾਨੂੰਨ ਪਾਸ ਹੁੰਦੇ ਆ ਉਦੋਂ ਪਹਿਲਾਂ ਕਾਨੂੰਨ ਡਰਾਫਟ ਹੋਏ ਹੋਣੇ ਆ ਤਾਂ ਉਹਦੇ ਤੇ ਲੀਗਲ ਜਿਹੜੇ ਐਕਸਪਰਟਸ ਆ ਜਾਂ ਵਕੀਲ ਆ ਵੱਡੇ ਵੱਡੇ ਉਹਨਾਂ ਨੇ ਆਪਦੇ ਮਾਈਂਡ ਉਹਨਾਂ ਤੇ ਲਾਏ ਹੋਣੇ ਆ, ਉਹਨਾਂ ਨੂੰ ਸੰਵਿਧਾਨ ਦੇ ਜਿਹੜੇ ਅਨੁਸਾਰ ਢਾਲਿਆ ਹੋਣਾ। ਠੀਕ ਹੈ, ਕੋਈ ਵਿਰੋਧ ਵੀ ਹੁੰਦਾ ਤਾਂ ਸੁਪਰੀਮ ਕੋਰਟ ਵਿੱਚ ਵੀ ਜਾਂਦਾ ਵੀ ਉਹਦਾ ਇਹ ਵਾਪਸ ਨਾ ਹੋਣ। ਹਾਂਜੀ, ਉਹ ਚੈਲੰਜ ਉਹਨਾਂ ਨੂੰ ਪਤਾ ਸੀ ਨਾ ਵੀ ਇਹਨੇ ਚੈਲੰਜ ਵੀ ਹੋਣਾ ਸੁਪਰੀਮ ਕੋਰਟ 'ਚ। ਤਾਂ ਪਹਿਲਾਂ ਸੰਵਿਧਾਨ ਦੇ ਜੋ ਉਹਦੇ ਸਾਰੇ ਕਾਨੂੰਨ ਆ, ਉਹਦੇ ਨੁਕਤੇ ਆ, ਹਾਂ, ਉਹਦੇ ਅਨੁਸਾਰ ਢਾਲੇ ਹੋਣੇ ਆ ਕਾਨੂੰਨ। ਫਿਰ ਉਹਨਾਂ ਨੂੰ ਪਾਲਿਸੀ ਮੇਕਿੰਗ ਸੀ ਜਿਹੜੀ ਇਹਨਾਂ ਦੀ ਪਾਲਿਸੀ ਸੀ, ਉਹ ਪਾਲਿਸੀ ਨੂੰ ਉਹਦੇ 'ਚ ਵੀ ਫਿੱਟ ਕੀਤਾ ਹੋਣਾ ਤੇ ਪਾਲਿਸੀ ਤੇ ਕਾਨੂੰਨ ਦਾ ਇੱਕ ਸੁਮੇਲ ਬਣਾਤਾ ਉਹਨਾਂ ਨੇ। ਇਸ ਕਰਕੇ ਇੱਕ ਕਾਨੂੰਨ ਨਹੀਂ, 3 ਵੱਖਰੇ ਵੱਖਰੇ ਬਣਾਉਣੇ ਪਏ, ਕਿਉਂਕਿ ਪਾਲਿਸੀ ਇੰਪਲੀਮੈਂਟ ਉਹ 3 ਕਾਨੂੰਨਾਂ ਦੇ ਕਰਕੇ ਹੋਣੀ ਆ। ਇੱਕ ਕਾਨੂੰਨ ਜੇ ਪੈਦਾ ਕੀਤਾ ਹੁੰਦਾ ਤਾਂ ਪਾਲਿਸੀ ਉਹ ਜਿਹੜੀ ਕਰਨੀ ਚਾਹੁੰਦੇ ਉਹਨੇ ਇੰਪਲੀਮੈਂਟ ਨਹੀਂ ਹੋਣਾ ਸੀ। ਕਿਉਂ? ਇੱਕ ਪਾਸੇ APMC ਐਕਟ ਆ ਜਿਹੜਾ, ਉਹਨੂੰ ਡਾਇਲਿਊਟ ਕਰਤਾ, ਮੰਡੀਕਰਨ ਆ ਫਸਲਾਂ ਦਾ, ਹੁਣ ਮੰਡੀ ਦੀ ਪਰਿਭਾਸ਼ਾ ਹੀ ਨਹੀਂ ਰਹੀ ਨਾ। ਫਿਰ ਦੂਜੀ ਉਹ ਪਾਲਿਸੀ ਉਦੋਂ ਬਾਅਦ ਕਿਵੇਂ ਅੱਗੇ ਵਧੂਗੀ? ਜਿਹੜੀ ਹੋਰਡਿੰਗ ਸੀ, ਜਮਾਖੋਰੀ ਸੀ, ਉਹਨੂੰ ਲੀਗਲ ਕਰਤਾ ਤੇ ਫਿਰ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਬਣਾਤਾ। ਤਾਂ ਪਾਲਿਸੀ ਇੰਪਲੀਮੈਂਟ ਹੋ ਗਈ 3 ਕਾਨੂੰਨਾਂ ਦੇ ਥਰੂ ਤੇ 3 ਕਾਨੂੰਨ ਸੰਵਿਧਾਨਕ ਢੰਗ 'ਚ ਢਾਲਤੇ। ਇਹਦਾ ਮਤਲਬ ਉਹਨਾਂ ਨੇ ਇਹਦੀ ਪਾਲਿਸੀ ਮੇਕਰਸ, ਲੀਗਲ ਐਕਸਪਰਟਸ ਤੇ ਉਦੋਂ ਬਾਅਦ ਪਾਰਲੀਮੈਂਟ 'ਚ ਜਦੋਂ ਇਹਨਾਂ ਨੂੰ ਕਾਨੂੰਨਾਂ ਨੂੰ ਸੈਸ਼ਨ ਬੁਲਾਇਆ ਤੇ ਪਾਰਲੀਮੈਂਟ 'ਚ ਰੱਖੇ, ਉਹ ਇੱਕ ਨਾ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਹੁੰਦੀ ਆ, ਉੱਥੇ ਵੀ ਭੇਜੇ ਜਾਂਦੇ ਆ ਵੀ ਤੁਸੀਂ ਰਿਪੋਰਟ ਦਿਓ। ਉਹਨਾਂ ਨੇ ਵੀ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਵੀ ਆਪਾਂ ਨੂੰ ਕਢਾਉਣੀ ਚਾਹੀਦੀ RTI ਤੋਂ। ਉਹਨਾਂ ਨੇ ਕੀ ਰਿਕਮੈਂਡੇਸ਼ਨ ਕੀਤੀਆਂ, ਉਹਦਾ ਪਾਸ ਕਰਨਾ ਬੜਾ ਜ਼ਰੂਰੀ ਹੁੰਦਾ ਤੇ ਉਹਦੀਆਂ ਰਿਕਮੈਂਡੇਸ਼ਨ ਨੂੰ ਕੰਸੀਡਰ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ। ਜਦੋਂ ਕਾਨੂੰਨੀ ਲੜਾਈ ਲੜਦੇ ਆ, ਇਹ ਸਾਰੀਆਂ ਗੱਲਾਂ ਬਹੁਤ ਇੰਪੋਰਟੈਂਟ ਆ। ਕੋਈ ਵੀ ਲੈ ਸਕਦਾ ਫਿਰ ਉਹ? ਹਾਂਜੀ, ਅੰਡਰ RTI ਲੈ ਸਕਦੇ ਆ ਆਪਾਂ, ਹੈ ਨਾ। ਤੇ ਉਹਦੀਆਂ ਰਿਕਮੈਂਡੇਸ਼ਨਸ ਨੂੰ ਵੀ ਧਿਆਨ 'ਚ ਰੱਖਿਆ ਗਿਆ ਹੋਊਗਾ। ਇਹਦਾ ਮਤਲਬ ਉਹ ਤਾਂ ਹੁਣ ਕਾਨੂੰਨੀ ਤੌਰ ਤੇ ਤਾਂ ਪੱਕੇ ਆ, ਹੈ ਨਾ। ਜੇ ਕਾਨੂੰਨੀ ਲੜਾਈ ਅਸੀਂ ਲੜਨੀ ਹੁੰਦੀ, ਫਿਰ ਪੰਜਾਬ ਜਦੋਂ ਬੈਠੇ ਸੀ ਉੱਥੋਂ ਹੀ ਆਪਾਂ ਕੇਸ ਸੁਪਰੀਮ ਕੋਰਟ 'ਚ ਇਹਨੂੰ ਚੈਲੰਜ ਕਰ ਸਕਦੇ ਸੀ। ਤੇ ਹੁਣ ਕੀ ਹੋਊਗਾ? ਸੁਪਰੀਮ ਕੋਰਟ ਨੇ ਤਾਂ ਇਹ ਕਹਿਣਾ ਵੀ ਇਹਦੇ 'ਚ ਸਾਨੂੰ ਅਨਕਨਸਟੀਟਿਊਸ਼ਨਲ ਤਾਂ ਕੁਝ ਲੱਗਦਾ ਹੀ ਨਹੀਂ, ਆ ਗੈਰ ਸੰਵਿਧਾਨਕ ਤਾਂ ਕੁਝ ਲੱਗਦਾ ਹੀ ਨਹੀਂ। ਇਹ ਤਾਂ ਸਭ ਠੀਕ ਆ। ਫਿਰ ਵੀ ਜੇ ਤੁਸੀਂ ਮਾੜਾ ਮੋਟਾ ਕੁਝ ਆਪਦਾ ਕਰਾਉਣਾ ਚਾਹੁੰਦੇ ਹੋ, ਆ ਕਮੇਟੀ ਰਿਪੋਰਟ ਦੇ ਦਿੰਦੀ ਆ, ਉਹਦੇ ਆਪਾਂ ਅਨੁਸਾਰ ਕੁਛ ਨਾ ਕੁਛ ਕਰ ਦਿੰਦੇ ਆ। ਦੇਖੋ, ਹਜੇ ਤੱਕ ਮੇਰਾ ਖਦਸ਼ਾ ਇਹ ਆ, ਸਰਕਾਰ ਨੂੰ ਚਾਹੀਦਾ, ਜੇ ਲੋਕਾਂ ਨੂੰ ਕਾਨੂੰਨ ਚਾਹੀਦਾ ਹੀ ਨਹੀਂ, ਲੋਕ ਕਹਿੰਦੇ ਆ ਵੀ ਕਾਰਪੋਰੇਟਸ ਨੂੰ ਤੁਸੀਂ ਨਾ ਭੇਜੋ, ਸਾਡੀਆਂ ਮੰਡੀਆਂ ਨੂੰ ਨਾ ਤੁਸੀਂ ਡਿਜ਼ੋਲਵ ਕਰੋ, ਉਹਨਾਂ ਨੂੰ ਨਾ ਖਤਮ ਕਰੋ, ਸਾਡੀਆਂ ਫਸਲਾਂ ਦਾ ਜਿਹੜਾ ਜਾਂ ਜ਼ਮੀਨੀ ਪ੍ਰਬੰਧ ਆ ਜਿਹੜਾ ਉਹ ਸਾਡੇ ਹੱਥਾਂ 'ਚ ਰਹਿਣ ਦਿਓ। ਸਾਡੇ ਕੋਲ ਇੱਕ ਆਟੋਨਮਸ ਸਟਰਕਚਰ ਆ ਖੇਤੀਬਾੜੀ ਦਾ, ਉਹਨੂੰ ਆਟੋਨਮਸ ਹੀ ਰਹਿਣ ਦਿਓ। ਸਾਡੇ ਉੱਤੇ ਲਿਆ ਕੇ ਜਿਹੜੇ ਵੱਡੇ ਵੱਡੇ ਵਪਾਰੀ ਨਾ ਬਿਠਾਓ ਤੇ ਸਾਨੂੰ ਲੇਬਰ ਵਾਂਗੂ ਯੂਜ਼ ਕਰਨ ਉਹ, ਹੈ ਨਾ। ਤੇ ਇਹਦੇ ਨਾਲ ਸਾਡੀ ਜਿਹੜਾ ਇੱਕ ਸੱਭਿਅਤਾ ਨਾ ਜਾਂ ਇੱਕ ਲਾਈਫ ਸਟਾਈਲ ਆ, ਇਹ ਵੀ ਪ੍ਰਭਾਵਿਤ ਹੋਣਾ ਹੀ ਹੋਣਾ ਨਾ। ਜਦੋਂ ਫਿਰ ਇਸ ਚੀਜ਼ ਨੂੰ ਸੁਪਰੀਮ ਕੋਰਟ ਨਹੀਂ ਵੇਖੇਗਾ ਵੀ ਸੁਪਰੀਮ ਕੋਰਟ ਤਾਂ ਅਗੇਨ ਨਹੀਂ ਕਰ ਸਕਦਾ ਸਰਕਾਰ ਨੂੰ ਬਈ ਜਦੋਂ ਚਾਹੇ ਬੈਨੀਫੀਸ਼ੀਅਲ ਹੈ, ਇਹ ਸਰਕਾਰ ਕਹਿੰਦੀ ਹੈ, ਉਹਨਾਂ ਨੇ ਸੰਵਿਧਾਨ ਦੇ ਬਿਲਕੁਲ ਦਾਇਰੇ ਦੇ ਵਿੱਚ ਬਣਾ ਲਏ ਕਾਨੂੰਨ ਦੇ, ਕੋਈ ਚੈਲੰਜ ਨਹੀਂ ਉਹਨਾਂ ਨੂੰ ਕਰ ਸਕਦਾ। ਪਰ ਕੀ ਸੁਪਰੀਮ ਕੋਰਟ ਇਹਨਾਂ ਗੱਲਾਂ ਨੂੰ ਧਿਆਨ 'ਚ ਨਹੀਂ ਰੱਖੂਗਾ ਵੀ ਲੋਕਾਂ ਨੂੰ ਇਹ ਨਹੀਂ ਚਾਹੀਦੇ ਤਾਂ ਲੋਕਾਂ ਦੇ ਹਿੱਤ ਦੀ ਗੱਲ ਨਹੀਂ ਕਰੇਗਾ? ਭਾਈ ਜੀ, ਗੱਲ ਐ ਹੈ ਨਾ, ਸੁਪਰੀਮ ਕੋਰਟ ਨੇ ਤਾਂ ਐਕਟ ਕਰਨਾ, ਉਹ ਕਾਨੂੰਨ ਜੋ ਇਸ ਇੱਕ ਸਟਰਕਚਰ ਬਣਿਆ ਹੋਇਆ, ਕਾਨੂੰਨੀ ਸਟਰਕਚਰ ਇਸ ਦੇਸ਼ ਦਾ, ਉਹਦੇ ਅਕੋਰਡਿੰਗਲੀ ਹੀ ਐਕਟ ਕਰਨਾ ਨਾ। ਉਹ ਤਾਂ ਸਟਰਕਚਰ ਕੀ ਆ? ਕੌਨਸਟੀਟਿਊਸ਼ਨ। ਹੁਣ ਸਰਕਾਰ ਕਹੂਗੀ ਵੀ ਅਸੀਂ ਜੋ ਸੰਵਿਧਾਨ ਕਹਿੰਦਾ, ਜਿਵੇਂ ਕਾਨੂੰਨ ਪਹਿਲਾਂ ਪਾਲਿਸੀ ਮੇਕਰਸ ਕੋਲੇ ਜਾਣੇ ਚਾਹੀਦੇ ਸੀ, ਲੀਗਲ ਐਕਸਪਰਟਸ ਕੋਲੇ ਜਾਣੇ ਚਾਹੀਦੇ ਸੀ, ਫਿਰ ਜਿਵੇਂ ਪਾਰਲੀਮੈਂਟਰੀ ਕਮੇਟੀ ਕੋਲੇ ਜਾਣੇ ਚਾਹੀਦੇ ਸੀ, ਉੱਥੋਂ ਪਾਸ ਕਰਕੇ ਫਿਰ ਅਸੀਂ ਪਾਰਲੀਮੈਂਟ 'ਚ, ਲੋਕ ਸਭਾ 'ਚ, ਫਿਰ ਰਾਜ ਸਭਾ 'ਚ, ਫਿਰ ਪ੍ਰੈਜ਼ੀਡੈਂਟ ਨੇ ਉਹਨੂੰ ਅਸੈਂਟ ਦਿੱਤਾ, ਆਪਦਾ ਸਾਈਨ ਕਰਕੇ ਕਾਨੂੰਨ ਬਣਾਤਾ। ਅਸੀਂ ਤਾਂ ਸਭ ਕੁਝ ਫੋਲੋ ਕੀਤਾ, ਸਾਨੂੰ ਦਿਖਾਓ ਜੇ ਅਸੀਂ ਕਿੱਥੇ ਨਹੀਂ ਕੀਤਾ ਤਾਂ। ਹੁਣ ਸੁਪਰੀਮ ਕੋਰਟ ਕੋਈ ਸੋਸ਼ਲ ਸਟਰਕਚਰ ਨਹੀਂ ਆ, ਸੁਪਰੀਮ ਕੋਰਟ ਇੱਕ ਕਾਨੂੰਨੀ ਸਟਰਕਚਰ ਆ। ਇਹਦੇ 'ਚ ਫਰਕ ਸਮਝੋ। ਸੋਸ਼ਲੀ ਉਹਦਾ ਇੰਪੈਕਟ ਕੀ ਹੋਊਗਾ, ਇਹ ਸੁਪਰੀਮ ਕੋਰਟ ਇਹ ਆਪਦਾ ਵੀ ਦਾਇਰੇ ਦੀ ਉਲੰਘਣਾ ਨਹੀਂ ਕਰੂਗਾ, ਉਹਨੇ ਤਾਂ ਉਸ ਕੌਨਸਟੀਟਿਊਸ਼ਨ ਦੇ ਦਾਇਰੇ 'ਚ ਹੀ ਰਹਿਣਾ, ਹੈ ਨਾ। ਜਾਂ ਹੋਰ ਜਿਹੜੇ ਇਹਦੇ 'ਚ ਕਾਨੂੰਨ ਜਿਵੇਂ APMC ਐਕਟ ਆ, ਉਸ ਦਾਇਰੇ 'ਚ ਵੀ ਦੇਖੂਗਾ ਸੁਪਰੀਮ ਕੋਰਟ। ਫਿਰ ਇਸੇ ਤਰ੍ਹਾਂ ਐਸੈਂਸ਼ੀਅਲ ਕਮੋਡਿਟੀ ਐਕਟ ਆ, ਉਸ ਦਾਇਰੇ 'ਚ ਵੀ ਸੁਪਰੀਮ ਕੋਰਟ ਦੇਖੂਗਾ।
ਤਾਂ ਸੁਪਰੀਮ ਕੋਰਟ ਨੇ ਤਾਂ ਇਹਨਾਂ ਦਾਇਰਿਆਂ 'ਚ ਹੀ ਜਾ ਕੇ ਫੈਸਲਾ ਦੇਣਾ ਨਾ। ਇਹਨਾਂ ਦਾਇਰਿਆਂ ਤੋਂ ਬਾਹਰ ਹੋ ਕੇ ਸੁਪਰੀਮ ਕੋਰਟ ਕਿਵੇਂ ਫੈਸਲਾ ਦੇ ਦੂੰਗਾ ਵੀ ਲੋਕ ਚਾਹੁੰਦੇ ਨਹੀਂ ਇਹੋ ਜਿਹੀ ਜ਼ਿੰਦਗੀ। ਇਸ ਤੇ ਕਦੇ ਫੈਸਲੇ ਆਏ ਆ ਵੀ ਚਾਹੁੰਦੇ ਨਹੀਂ ਇਹੋ ਜਿਹੀ ਜ਼ਿੰਦਗੀ? ਨਹੀਂ, ਕਾਨੂੰਨ ਕੀ ਆ ਉਹ ਇਹੀ ਦੇਖਿਆ ਜਾਂਦਾ ਹੁੰਦਾ ਕੋਰਟਾਂ 'ਚ। ਤਾਂ ਅੱਛਾ, ਇਹ ਮਤਲਬ ਕਿ ਸਿਰਫ ਸਰਕਾਰਾਂ ਧਿਆਨ 'ਚ ਰੱਖ ਸਕਦੀਆਂ? ਇਹ ਸਰਕਾਰਾਂ ਸਾਡੇ ਕੌਣ ਧਿਆਨ 'ਚ ਰੱਖ ਸਕਦੇ ਆ? ਜਿਹੜੇ ਸਾਡੇ ਲੀਡਰ ਹੁੰਦੇ ਆ ਉਹਨਾਂ ਦਾ ਜਿਹੜਾ ਲੋਕਾਂ ਦੇ ਨਾਲ ਇੱਕ ਸੰਬੰਧ ਹੁੰਦਾ ਨਾ, ਉਹ ਇਮੋਸ਼ਨਲ ਕਨੈਕਟ ਵੀ ਹੁੰਦਾ। ਇਮੋਸ਼ਨਲ ਕਨੈਕਟ ਸੁਪਰੀਮ ਕੋਰਟ ਨੇ ਇਮੋਸ਼ਨਸ ਨਹੀਂ ਦੇਖਣੇ, ਤਾਂ ਹੀ ਤਾਂ ਕਾਨੂੰਨ ਤੇ ਜਿਹੜੀ ਉਹ ਤੱਕੜੀ ਫੜੀ ਹੋਈ ਆ, ਉਹ ਪੱਟੀ ਬਣੀ ਹੋਈ ਆ ਅੱਖਾਂ ਤੇ, ਵੀ ਉਹ ਦੇਖਦੇ ਨਹੀਂ, ਇਮੋਸ਼ਨਸ ਵਾਲੇ ਪਾਸੇ ਨਹੀਂ ਵੜਨਾ ਉਹਨਾਂ ਨੇ ਵੀ ਕੌਣ ਕਿਹਨੂੰ ਫੇਵਰ ਕਰੀਏ ਕਿਹਨੂੰ ਨਹੀਂ ਕਰੀਏ। ਉਹ ਤਾਂ ਬੈਲੈਂਸਡ ਓਪੀਨੀਅਨ ਦੇਣਾ ਕਾਨੂੰਨ ਨੂੰ ਧਿਆਨ 'ਚ ਰੱਖ ਕੇ ਹੋਏ, ਹੈ ਨਾ। ਸੋ ਇਸ ਤਰ੍ਹਾਂ ਸਰਕਾਰਾਂ ਨੂੰ ਕੀ ਚਾਹੀਦਾ ਹੁੰਦਾ ਲੋਕਤੰਤਰ 'ਚ, ਜੇ ਲੋਕ ਨਹੀਂ ਚਾਹੁੰਦੇ, ਨਵੇਂ ਕਾਨੂੰਨ ਬਣ ਗਈ, ਨਵੀਂ ਪਾਲਿਸੀ, ਇਹ ਪਾਲਿਸੀ ਹੈ ਨਾ, ਇੱਕ ਪ੍ਰੋਗਰਾਮ ਆ, ਜੇ ਲੋਕਾਂ ਨੂੰ ਨਹੀਂ ਚਾਹੁੰਦੇ ਲੋਕ ਇਸ ਪ੍ਰੋਗਰਾਮ ਉਹਨਾਂ 'ਤੇ ਇੰਪਲੀਮੈਂਟ ਹੋਵੇ, ਤਾਂ ਸਰਕਾਰਾਂ ਨੂੰ ਇਹ ਹਮੇਸ਼ਾ ਹੀ ਲੋਕਤੰਤਰ ਦਾ ਇੱਕ ਬਹੁਤ ਬਿਊਟੀਫੁਲ, ਬਹੁਤ ਖੂਬਸੂਰਤ ਪੱਖ ਵੀ ਆ। ਅਤੇ ਚੰਗੇ ਰਾਜੇ ਜਿਹੜੇ ਰਾਜੇ ਹੁੰਦੇ ਆ ਉਹ ਇਸ ਪੱਖ ਨੂੰ ਹਮੇਸ਼ਾ ਤਰਜੀਹ ਦੇ ਕੇ ਚੱਲਦੇ ਆ ਵੀ ਲੋਕ ਜੇ ਨਹੀਂ ਚਾਹੁੰਦੇ ਤਾਂ ਇਹਨੂੰ ਰੱਦ ਕਰੋ ਯਾਰ। ਅਤੇ ਇਸੇ ਤਰ੍ਹਾਂ BJP ਨੂੰ ਜਾਂ ਮੋਦੀ ਨੂੰ ਵੀ ਇਹ ਫਰਾਖ ਦਿਲੀ ਦਿਖਾਉਣੀ ਚਾਹੀਦੀ ਸੀ। ਤੇ ਜਿਵੇਂ ਹੁਣ ਇਹ ਕਾਨੂੰਨ ਬਣ ਜਾਂਦੇ ਆ ਜਾਂ 1% ਲੈ ਕੇ ਚੱਲਦੇ, 99% ਚਲੋ ਜਿੱਤੀ ਮੰਨਦੇ ਹਾਂ ਅਸੀਂ, ਤਾਂ ਕੀ ਅਗਲੀ ਆਉਣ ਵਾਲੀ ਜੇ ਸਰਕਾਰ ਕਿਸੇ ਹੋਰ ਦੀ ਆ ਜਾਂਦੀ, ਉਹਨਾਂ ਕੋਲ ਇੰਨੀ ਪਾਵਰ ਹੁੰਦੀ ਆ ਵੀ ਕਿਸੇ ਕਾਨੂੰਨ ਬਣੇ ਹੋਏ ਕਾਨੂੰਨ ਨੂੰ ਰੱਦ ਕੀਤਾ ਜਾਵੇ? ਰੱਦ ਕੀਤਾ ਜਾ ਸਕਦਾ ਜੀ। ਸਪੈਸ਼ਲ ਸੈਸ਼ਨ ਬੁਲਾਇਆ ਜਾਂਦਾ, ਜਿਸ ਤਰ੍ਹਾਂ ਇੰਟਰੋਡਿਊਸ ਹੋਏ ਆ ਉਸੇ ਤਰ੍ਹਾਂ ਰਿਪੀਲ ਹੋ ਸਕਦੇ ਆ, ਜਾਂ ਸੁਪਰੀਮ ਕੋਰਟ ਵੀ ਸਟਰਕ ਡਾਊਨ ਕਰ ਸਕਦਾ। ਦੇਖੋ ਸੁਪਰੀਮ ਕੋਰਟ ਕਾਨੂੰਨੀ ਲੜਾਈ 'ਚ ਕੀ ਹੁੰਦਾ, ਜੇ ਉਹ ਕਾਨੂੰਨ ਸੰਵਿਧਾਨ ਦੇ ਅਨੁਸਾਰ ਨਾ ਹੋਣ, ਉਹਦੇ 'ਚ ਫੰਡਾਮੈਂਟਲ ਕੋਈ ਪ੍ਰੋਬਲਮ ਹੋਵੇ, ਹੈ ਨਾ, ਅਸੀਂ ਉਹਨਾਂ ਨੂੰ ਪੁਆਇੰਟ ਆਊਟ ਕਰਵਾ ਦਈਏ ਉਹ ਚੀਜ਼ਾਂ, ਤਾਂ ਸੁਪਰੀਮ ਕੋਰਟ ਵੀ ਸਟਰਕ ਡਾਊਨ ਕਰ ਸਕਦਾ। ਸੁਪਰੀਮ ਕੋਰਟ ਜੇ ਚਲੋ ਕਿਸੇ ਦੇ ਇਮੋਸ਼ਨਸ ਨੂੰ ਧਿਆਨ 'ਚ ਨਹੀਂ ਰੱਖਦਾ, ਦੇਸ਼ ਦੇ ਹਾਲਾਤਾਂ ਨੂੰ ਠੀਕ ਰੱਖਣ ਦੇ ਲਈ ਵੀ ਨਹੀਂ ਫੈਸਲਾ ਲੈ ਸਕਦਾ? ਨਹੀਂ, ਦੇਖੋ ਦੇਸ਼ ਦਾ ਜਿਹੜੇ ਹਾਲਾਤ ਆ ਉਹ ਫੈਸਲਾ ਉਹਨਾਂ ਨੇ ਕਿਹਾ ਵੀ ਪੀਸਫੁਲੀ ਅਸੀਂ ਪ੍ਰੋਟੈਸਟ ਕਰ ਸਕਦੇ ਹਾਂ, ਤੇ ਪੀਸਫੁਲੀ ਬੈਠੇ ਹਾਂ। ਜੇ ਅਸੀਂ ਮਾੜਾ ਮੋਟਾ ਆਪਦਾ ਸਹਿਜ ਤੇ ਸਬਰ ਜਾਂ ਡਿਸਪਲਿਨ ਖੋਇਆ, ਫਿਰ ਤਾਂ ਉਹਨਾਂ ਨੇ ਉਹ ਫੈਸਲਾ ਲੈਣਗੇ ਫਿਰ ਵੀ ਜੋ ਇਹ ਕੋਈ ਪਬਲਿਕ ਪ੍ਰਾਪਰਟੀ ਜੇ ਡੈਮੇਜ ਕਰ ਰਹੇ ਹੋ ਜਾਂ ਕਿਸੇ ਹੋਰ ਤਰ੍ਹਾਂ ਦੀ ਇਨਕਨਵੀਨੀਅੰਸ ਕ੍ਰੀਏਟ ਕਰ ਰਹੇ ਹੋ, ਹੈ ਨਾ, ਤਾਂ ਉੱਥੇ ਫੈਸਲਾ ਲਿਆ ਜਾਊਗਾ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ। ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕੌਣ ਕਰਦਾ ਹੁੰਦਾ? ਪੁਲਿਸ ਫੋਰਸਿਸ, ਹੈ ਨਾ, ਪੈਰਾਮਿਲਟਰੀ ਫੋਰਸਿਸ। ਫਿਰ ਉਹਨਾਂ ਨੂੰ ਤਾਕੀਦ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਇਹ ਗੱਲ ਹੁਕਮ ਦਿੱਤਾ ਜਾਂਦਾ ਵੀ ਤੁਸੀਂ ਜਾ ਕੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰੋ ਅਤੇ ਇਹਨੂੰ ਜਿਹੜਾ ਇਨ ਆਰਡਰ ਲੈ ਕੇ ਆਓ ਸਿਸਟਮ ਨੂੰ, ਠੀਕ ਹੈ। ਅਦਰਵਾਈਜ਼ ਕਈ ਵਾਰੀ ਸੁਪਰੀਮ ਕੋਰਟ 100 ਮੋਟੋ ਕਹਿੰਦੇ ਆ ਉਹਨੂੰ ਐਕਸ਼ਨ ਲੈ ਸਕਦਾ, ਹਾਈ ਕੋਰਟ ਵੀ ਲੈ ਸਕਦਾ। ਜਦੋਂ ਕਿਤੇ ਸਮਾਜ 'ਚ ਕੋਈ ਗੱਲ ਸਹੀ ਨਹੀਂ ਹੋ ਰਹੀ ਹੁੰਦੀ ਤਾਂ 100 ਮੋਟੋ ਐਕਸ਼ਨ ਵੀ ਲੈ ਸਕਦੇ ਆ, ਉਹ ਮੈਟਰ ਟੇਕ ਅਪ ਕਰ ਸਕਦੇ ਆ ਆਪਦੇ ਆਪ ਵੀ। ਇਹ ਵੀ ਸੰਵਿਧਾਨ 'ਚ ਉਹਨਾਂ ਕੋਲੇ ਪਾਵਰ ਹੈਗੀ ਆ। ਸੋ ਗੱਲ ਇਹ ਆ ਵੀ ਪਰ ਹੁਣ ਲੋਕ ਚਾਹੇ ਸਫਰ ਕਰਨ, ਪਰ ਜੋ ਹੁਣ ਸੰਵਿਧਾਨ ਦੇ ਦਾਇਰੇ 'ਚ ਆ ਗਈ ਆ ਨਾ ਗੱਲ, ਤੇ ਇੱਕ ਕਮੇਟੀ ਕਨਸਟੀਟਿਊਟ ਹੋਊਗੀ, ਉਹਦੀਆਂ ਰਿਕਮੈਂਡੇਸ਼ਨਸ ਕੀ ਆ। ਤੁਸੀਂ ਇਹ ਦੇਖੋ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਫੈਸਲੇ ਉੱਥੇ ਬੈਠ ਕੇ ਫਿਰ ਉਹਨਾਂ ਨੇ ਕਰ ਦੇਣੇ ਆ ਵੀ ਇਹ ਅਸੀਂ ਰਿਕਮੈਂਡ ਕਰਦੇ ਹਾਂ। ਲੋਕਾਂ ਦੀ ਫੇਰ ਨਹੀਂ ਸੁਣੀ ਜਾ ਰਹੀ, ਉਹਨਾਂ ਦੇ ਦਿਲਾਂ ਦੀ ਫੇਰ ਨਹੀਂ ਗੱਲ ਸੁਣੀ ਜਾ ਰਹੀ। UNO ਕਦੋਂ ਇੰਟਰਫੇਅਰ ਕਰ ਸਕਦਾ ਜਾਂ ਕਰੇਗਾ? ਇਹਦੇ ਵਿੱਚ ਕੀ ਦਬਾਅ ਹੈ? ਇਹ ਕੀ ਪ੍ਰਕਿਰਿਆ ਹੈ? ਦੇਖੋ ਭਾਈ, UN ਯੂਨਾਈਟਿਡ ਨੇਸ਼ਨਸ ਦੀਆਂ ਪਾਲਿਸੀਜ਼ ਹੈਗੀਆਂ, ਉਹ ਵੀ ਇੱਕ ਇੰਟਰਨੈਸ਼ਨਲੀ ਜਿਹੜੀ ਬਾਡੀ ਆ ਉਹ ਇੰਟਰਫੇਰੈਂਸ ਕਰ ਸਕਦੀ ਆ। ਪਰ ਸਾਨੂੰ ਇਹ ਚੀਜ਼ ਇਹਦੇ 'ਚ ਸਮਝਣੀ ਪਊਗੀ ਵੀ ਜਿਹੜੀ ਇੱਕ ਨਿਊ ਵਰਲਡ ਆਰਡਰ ਆ ਨਾ, ਉਹ ਨਿਊ ਵਰਲਡ ਆਰਡਰ ਦੇ ਅਧੀਨ ਹੀ ਇਹ ਸਭ ਕੁਝ ਹੋ ਰਿਹਾ, ਉਹ ਤੋਂ ਬਾਹਰ ਨਹੀਂ ਇਹ ਚੀਜ਼ਾਂ ਹੋ ਰਹੀਆਂ। ਨਿਊ ਵਰਲਡ ਆਰਡਰ ਇਹ ਆ ਵੀ ਜਿਹੜਾ ਦੁਨੀਆ ਨਾ ਉਹਨੂੰ ਫਾਈਨੈਂਸ ਸੈਕਟਰ ਚਲਾਉਂਦਾ ਹੁਣ, ਤੇ ਫਾਈਨੈਂਸ ਸੈਕਟਰ ਕਾਰਪੋਰੇਟਸ ਦੇ ਹੈਂਡ ਐਂਡ ਗਲਵ ਆ, ਉਹ ਦੋਨੇ ਉਹਨਾਂ ਦੇ ਨਾਲ ਰਹਿ ਕੇ ਚਲਾਉਂਦਾ। ਔਰ ਇੱਥੋਂ ਤੱਕ ਕਿਹਾ ਜਾਂਦਾ ਵੀ ਦੁਨੀਆ ਦੇ ਜਿਹੜੇ 10 ਵੱਡੇ ਬੈਂਕ ਆ ਨਾ, ਉਹ ਡਿਸਾਈਡ ਕਰਦੇ ਆ ਵੀ ਅਗਲੀ ਪਾਲਿਸੀ ਕੀ ਬਣਨੀ ਆ ਤੇ ਉਹਨੂੰ ਇੰਪਲੀਮੈਂਟ ਕਿਵੇਂ ਕਰਨਾ। ਫਿਰ ਉਹਨਾਂ ਦੇ ਥਰੂ ਇਹ ਕਾਰਪੋਰੇਟਸ ਇੰਪਲੀਮੈਂਟ ਕਰਦੀਆਂ। ਸੋ ਇਹ ਜਿਹੜੀ ਇੱਥੇ ਅਸੀਂ ਕੈਪੀਟਲਿਜ਼ਮ ਜਿਹਨੂੰ ਕਹਿੰਦੇ ਆ, ਪੂੰਜੀਵਾਦ, ਕਿਉਂਕਿ ਇਹ ਕੰਪਨੀਆਂ
ਜਦੋਂ ਆ ਕੇ ਕਿਸੇ ਸੈਕਟਰ 'ਚ ਆਉਂਦੀਆਂ ਉਹਨੂੰ ਪੂੰਜੀਵਾਦੀ ਕਿਹਾ ਜਾਂਦਾ। ਇਹਨਾਂ ਨੇ ਟਾਰਗੇਟ ਤੇ ਪ੍ਰੋਫਿਟਸ ਤੇ ਕੰਮ ਕਰਨਾ ਹੁੰਦਾ। ਸੋ ਇਹਦੀ ਜਿਹੜੀ ਨੀਂਹ ਆ ਉਹ ਅਮਰੀਕਾ 'ਚ ਪਈ ਆ। ਤੁਸੀਂ ਦੇਖੋ ਹੁਣ ਅੰਬਾਨੀ, ਅਦਾਨੀ, ਇਹ ਕੰਪਨੀਆਂ 'ਚ ਗੂਗਲ, ਮਾਰਕ ਜ਼ੁਕਰਬਰਗ, ਵੱਡੀਆਂ ਕੰਪਨੀਆਂ ਅਮਰੀਕਾ ਦੀਆਂ ਮਲਟੀਨੈਸ਼ਨਲ ਹੈ ਨਾ, ਉਹਨਾਂ ਦੇ ਪੈਸੇ ਲੱਗੇ ਹੋਏ ਆ। ਤੇ ਅੱਜ ਸਾਡੇ ਦੇਸ਼ ਦੀ ਇੱਕ ਪੈਕਿਊਲੀਅਰ ਇਕੋਨਮੀ ਦੀ ਸਿਚੁਏਸ਼ਨ ਇਹ ਆ ਵੀ ਇੱਥੇ ਅਸੀਂ GDP -24 ਆ ਤੇ ਸ਼ੇਅਰ ਮਾਰਕੀਟ ਹਜੇ ਵੀ ਆਲ ਟਾਈਮ ਹਾਈ ਆ। BSE NSE ਆਲ ਟਾਈਮ ਹਾਈ ਆ। ਕਿਉਂਕਿ ਇਹਨਾਂ ਕੰਪਨੀਆਂ ਨੂੰ ਸਰਕਾਰ ਪੈਸੇ ਨਹੀਂ ਕੱਢਣ ਦੇ ਰਹੀ। ਉਹਨਾਂ ਨੂੰ ਇਹ ਕਹਿ ਰਹੀ ਆ ਵੀ ਡੋਂਟ ਵਰੀ, ਅਸੀਂ ਤੁਹਾਨੂੰ ਅਕੋਮੋਡੇਟ ਕਰਾਂਗੇ, ਤੁਹਾਨੂੰ ਇੱਥੇ ਵੱਧ ਤੋਂ ਵੱਧ ਲੋਕਾਂ ਦੀ ਇਨਵੈਸਟਮੈਂਟ ਲੈ ਕੇ ਆਵਾਂਗੇ ਅਸੀਂ, ਤੇ ਤੁਹਾਨੂੰ ਇੱਕ ਬਹੁਤ ਵੱਡਾ ਅਸੀਂ ਏਰੀਆ ਦੇਵਾਂਗੇ ਬਿਜ਼ਨਸ ਕਰਨ ਵਾਸਤੇ। ਤੇ ਜਿਹੜਾ ਹੁਣ ਖੇਤੀ 'ਚ ਇਹ ਨਵੀਆਂ ਪਾਲਿਸੀਜ਼ ਦਾ ਆਉਣਾ, ਇਹ ਉਹੀ ਨਹੀਂ ਹੋਇਆ, ਇਹ ਉਸੇ ਨਿਊ ਵਰਲਡ ਆਰਡਰ ਦੇ ਅਧੀਨ ਹੋਇਆ। ਕਿਉਂਕਿ ਰਿਟੇਲ ਬਿਜ਼ਨਸ ਇੰਡੀਆ ਦਾ ਬਹੁਤ ਵੱਡਾ 120 ਖਰਬ ਦਾ ਦੁਨੀਆ ਦਾ ਸਭ ਤੋਂ ਵੱਡਾ ਰਿਟੇਲ ਬਿਜ਼ਨਸ ਆ। ਔਰ ਰਿਟੇਲ ਨੂੰ ਸਪੋਰਟ ਕਰੂਗਾ ਪ੍ਰੋਡਕਸ਼ਨ ਹੋਊਗੀ ਜ਼ਮੀਨ ਤੋਂ, ਤੇ ਉਹ ਆਏ ਤਾਂ ਰਿਟੇਲ ਨੂੰ ਕਰ ਰਹੇ ਆ। ਇਹਨਾਂ ਦੀ ਅੱਖ ਤਾਂ ਰਿਟੇਲ ਬਿਜ਼ਨਸ ਤੇ ਆ, ਤਾਂ ਹੀ ਕਾਰਪੋਰੇਟਸ ਦੀ ਐਂਟਰੀ, ਜ਼ਮੀਨੀ ਪ੍ਰਬੰਧ ਵੀ ਉੱਥੇ ਲੈ ਕੇ ਜਾ ਰਹੇ ਆ। ਔਰ ਜਦੋਂ ਇਹ ਮੈਂ ਕਿਹਾ APMC ਐਕਟ ਆ, ਹੋਰਡਿੰਗ ਲੀਗਲ ਹੋਈ ਆ, ਕੰਟਰੈਕਟ ਫਾਰਮਿੰਗ, ਇਹ ਉਹ ਰਿਟੇਲ ਬਿਜ਼ਨਸ ਨੂੰ ਹੀ ਕੰਪਲੀਮੈਂਟ ਕਰਨ ਵਾਸਤੇ ਹੋਈ ਆ। ਸੋ ਇਹ ਗੱਲ ਬਹੁਤ ਦੂਰੋਂ ਤੁਰੀ ਹੋਈ ਆ। ਦੇਖੋ 800 ਕਰੋੜ ਆਬਾਦੀ ਆ ਦੁਨੀਆ ਦੀ, 200-250 ਕਰੋੜ ਕਿਸਾਨ ਆ, ਸਾਰੀ ਦੁਨੀਆ 'ਚ ਕਿਸਾਨ ਹਾਰੇ ਆ। ਹੁਣ ਸਾਡੇ ਵੱਲ ਦੇਖ ਰਹੇ ਆ, 70 ਕਰੋੜ ਕਿਸਾਨਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਆ। ਸਾਰੀ ਦੁਨੀਆ ਦੀ ਅੱਖ ਸਾਡੇ 'ਤੇ ਆ, ਇਸੇ ਕਰਕੇ ਵੀ ਇੱਥੇ ਦੇਖਦੇ ਆ। ਔਰ ਅਸੀਂ ਜਿਹੜਾ ਉਹ ਦੁਨੀਆ ਦਾ ਵਹਿਣ ਇੱਕ ਵਹਿ ਰਿਹਾ ਸੀ ਪੰਜਾਬੀਆਂ ਨੇ, ਉਹਨੂੰ ਠੱਲ ਪਾਈ ਆ। ਇਸ ਕਰਕੇ ਇਹ ਸਾਡੇ ਲਈ ਬਹੁਤ ਅਹਿਮੀਅਤ ਤੇ ਫੈਸਲਾਕੁੰਨ ਲੜਾਈ ਆ ਇਹ ਫਿਰ ਇੱਕ ਇਤਿਹਾਸ ਹੋਊਗਾ, ਕਿਉਂਕਿ ਜੇ ਤੁਸੀਂ ਕਹਿੰਦੇ ਹੋ ਬਾਕੀ ਥਾਵਾਂ ਤੇ ਕਿਸਾਨ ਹਾਰੇ ਨੇ, ਜੇ ਇੱਥੇ ਜਿੱਤ ਹੁੰਦੀ ਹੈ ਤਾਂ ਇੱਕ ਇਤਿਹਾਸ ਸਿਰਜਾਂਗੇ। ਇਤਿਹਾਸ ਬਾਈ, ਕੋਈ ਸ਼ੱਕ ਨਹੀਂ ਇਹਦੇ 'ਚ। ਫਿਰ ਸਿਰਜਾਂਗੇ ਕਿਵੇਂ? ਕਿਉਂਕਿ ਤੁਸੀਂ ਸੁਪਰੀਮ ਕੋਰਟ ਦੀਆਂ ਗੱਲਾਂ ਦੱਸ ਰਹੇ ਹੋ, ਤੇ ਉੱਥੇ ਇੱਕ ਸੰਵਿਧਾਨ ਦੇ ਅਕੋਰਡਿੰਗ ਇਹਨਾਂ ਨੇ ਪਹਿਲਾਂ ਸਭ ਕੁਝ ਸਿਰਜਿਆ ਹੋਇਆ ਹੈ, ਸਟਰਕਚਰ ਬਣਾਇਆ ਹੋਇਆ ਉਵੇਂ ਦਾ। ਹੁਣ ਫਿਰ ਰਾਹ ਕਿਹੜਾ ਹੈ ਆਪਣੇ ਕੋਲ ਬਚਿਆ? ਦੇਖੋ ਰਾਹ ਤਾਂ ਆਪਣੇ ਕੋਲ ਇਹ ਆ ਵੀ ਇਹ ਨਾ ਹੁਣ ਬਣ ਗਈ ਆ ਨੈਰੇਟਿਵ ਦੀ ਲੜਾਈ ਬਣ ਗਈ ਆ ਬਈ, ਬਿਰਤਾਂਤ ਦੀ। ਬਿਰਤਾਂਤ ਸਰਕਾਰ ਆਪਦਾ ਸਿਰਜ ਰਹੀ ਹੈ। ਦੇਖੋ ਉਹਨਾਂ ਨੇ ਅੱਜ ਇੱਕ ਹੋਰ ਅਨਾਊਂਸਮੈਂਟ ਕੀਤੀ ਹੈ ਵੀ ਅਸੀਂ ਪ੍ਰੈਸ ਕਾਨਫਰੰਸਿਸ ਕਰਾਂਗੇ, ਇਸ ਕਾਨੂੰਨ ਦੇ ਫਾਇਦੇ ਦੱਸਾਂਗੇ, ਹੈ ਨਾ। ਔਰ ਉਹਨਾਂ ਨੇ ਇੱਕ ਪ੍ਰੋਪੇਗੈਂਡਾ ਆਪਦਾ ਚਲਾ ਵੀ ਲਿਆ, ਇੱਕ ਕਾਲਸ ਵੀ ਆਉਣ ਲੱਗ ਗਿਆ ਮੋਬਾਈਲਾਂ ਦੇ ਉੱਤੇ ਬਹੁਤ। ਤੇ ਜਿੱਥੇ ਵੀ ਹਜੇ ਵੀ ਦੇਖ ਲਓ ਤੁਸੀਂ, ਉਹਨਾਂ ਦਾ ਮੰਤਰੀ ਚਾਹੇ ਕੋਈ ਭਲਾ ਕਹਿੰਦਾ ਹੋਵੇ ਵੀ ਅਸੀਂ ਹਾਂ ਇਹਦੇ 'ਚ ਕਾਨੂੰਨ 'ਚ ਥੋੜ੍ਹੀ ਬਹੁਤ ਗੜਬੜ ਆ, ਪਰ ਪ੍ਰਾਈਮ ਮਿਨਿਸਟਰ ਹਜੇ ਤੱਕ ਨਹੀਂ ਕਹਿ ਰਿਹਾ। ਉਹ ਕਹਿੰਦਾ ਖੁਸ਼ਹਾਲ ਕਰਤੇ, ਹੈ ਨਾ। ਉਹ ਤਾਂ ਇਹ ਕਹਿ ਰਿਹਾ ਵੀ ਇਹ ਤਾਂ ਬਹੁਤ ਜ਼ਰੂਰੀ ਆ। ਇੱਕ ਕੱਲ੍ਹ ਜਿਹੜੀ ਸਟੇਟਮੈਂਟ ਆਈ ਤੁਸੀਂ ਦੇਖੋ ਵੀ ਜੇ ਕੋਈ ਤੁਸੀਂ ਦੁੱਧ ਦਾ ਕੰਮ ਕਰਦੇ ਹੋ, ਤੁਹਾਡੇ ਤੋਂ ਕੋਈ ਦੁੱਧ ਖਰੀਦਦਾ, ਤੇ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਤੁਹਾਡੀ ਗਾਂ ਹੀ ਲੈ ਜੇ ਨਾਲ। ਉਹ ਦੇਖੋ ਉਹਨਾਂ ਦਾ ਕੰਪੈਰੀਜ਼ਨ ਕਿੰਨਾ ਫਨੀ ਆ, ਉਹਦੇ 'ਚ ਕੋਈ ਬੇਸ ਹੀ ਨਹੀਂ ਆ। ਉਹਦਾ ਜਵਾਬ ਕੀ ਦਿੰਦੇ ਹੋ ਫਿਰ ਤੁਸੀਂ ਪ੍ਰਧਾਨ ਮੰਤਰੀ ਨੂੰ, ਜਿਹੜੀ ਉਹਨਾਂ ਨੇ ਗੱਲ ਕਹੀ ਆ, ਉਹਨੂੰ ਤੁਸੀਂ ਕਿਵੇਂ ਪੇਸ਼ ਕਰਦੇ ਹੋ? ਨਹੀਂ ਪੇਸ਼ ਅਸੀਂ ਐਂ ਕਰਦੇ ਹਾਂ ਵੀ ਜਦ ਇੱਥੇ ਇੱਕ ਓਵਰਆਲ ਪੋਲਿਸੀ ਦਾ ਮੇਕਿੰਗ ਦੀ ਗੱਲ ਕਰ ਰਹੇ ਹਾਂ, ਔਰ ਪੋਲਿਸੀ ਮੇਕਿੰਗ ਇਹ ਆ ਵੀ ਤੁਸੀਂ ਉੱਥੇ ਜੋ ਆਲਰੇਡੀ ਪ੍ਰਬੰਧ ਜਿਹੜਾ ਸੀ ਨਾ ਚੱਲ ਰਿਹਾ, ਉਹਨੂੰ ਡਿਮੋਲਿਸ਼ ਕਰਤਾ, ਇੱਕ ਨਵਾਂ ਪ੍ਰਬੰਧ ਸਿਰਜਤਾ, ਹੈ ਨਾ। ਔਰ ਪੋਲਿਸੀ ਮੇਕਿੰਗ ਗੱਲ ਆ ਜਿਹੜੀ ਉਹ ਏਡੀ ਵੱਡੀ ਆ, ਉਹਨੂੰ ਤੁਸੀਂ ਸਮੇਟੋਗੇ ਕਿਵੇਂ? ਵੀ ਇਹ ਤਾਂ ਜਿਵੇਂ ਜੇ ਤੁਸੀਂ ਦੁੱਧ ਦਾ ਕੰਮ ਕਰਨਾ ਹੋਵੇ ਤੇ ਜੇ ਤੁਹਾਡੇ ਤੋਂ ਕੋਈ ਦੁੱਧ ਖਰੀਦਦਾ, ਇਹਦਾ ਮਤਲਬ ਇਹ ਥੋੜ੍ਹੀ ਹੋ ਗਿਆ ਤੁਹਾਡੀ ਗਾਂ ਹੀ ਲੈ ਜਾਊਗਾ। ਦੇਖੋ ਪੋਲਿਸੀ ਮੇਕਿੰਗ ਨੂੰ ਡਿਸਕ੍ਰਾਈਬ ਕਿਵੇਂ ਕਰ ਰਹੇ ਆ। ਤੇ ਸਾਡੇ ਬੰਦੇ ਭੋਲੇ ਆ, ਸਾਡੇ ਜਿਹੜੇ ਕਿਸਾਨ ਵੀ ਭੋਲੇ ਆ। ਉਹਨਾਂ ਨੂੰ ਇਹ ਗੱਲ ਦੇਖੋ, ਇਹ ਬਹੁਤ ਸਾਜ਼ਿਸ਼ ਅਧੀਨ ਗੱਲਾਂ ਹੁੰਦੀਆਂ। ਉਹਨਾਂ ਨੂੰ ਪਤਾ ਵੀ ਇਹਨਾਂ ਨੇ ਐਡੀ ਵੱਡੀ ਗੱਲ ਨੂੰ ਨਹੀਂ ਸਮਝਣਾ, ਇਹਨਾਂ ਦੇ ਵੱਸ ਦੀ ਨਹੀਂ ਆ ਪੋਲਿਸੀ ਮੇਕਿੰਗ। ਤੇ ਇਹ ਪੋਲਿਸੀ ਮੇਕਿੰਗ ਦਾ ਇੰਪੈਕਟ ਕੀ ਹੋਊਗਾ, ਇਹਦੇ ਅਸਰ ਕੀ ਹੋਣਗੇ, ਇਹਨਾਂ ਨੇ ਉਹ ਨਹੀਂ ਸਮਝਣਾ। ਪਰ ਇਹਨਾਂ ਨੇ ਜਿਹੜੀ ਸਧਾਰਨ ਕੋਈ ਉਦਾਹਰਨ, ਸਿੰਪਲ ਜੀ ਉਦਾਹਰਨ ਉਹ ਸਮਝ ਲੈਣੀ ਆ, ਕਿਉਂਕਿ ਉਹ ਸਮਝਣੀ ਪਿੰਡਾਂ ਵਾਲਿਆਂ ਨੂੰ, ਆਪਾਂ ਨੂੰ ਚੰਗੀ ਤਰ੍ਹਾਂ ਆਉਂਦੀ ਆ। ਤੇ ਉਹ ਪੋਲਿਸੀ ਮੇਕਿੰਗ ਵਾਲੀਆਂ ਗੱਲਾਂ ਸਮਝਣ ਵਾਸਤੇ ਥੋੜ੍ਹਾ ਜਿਹਾ ਟਾਈਮ ਲੱਗਦਾ ਜਦੋਂ ਤੱਕ ਕੋਈ ਐਕਸਪਲੇਨ ਨਾ ਕਰੇ। ਇਸ ਕਰਕੇ ਇਹ ਗੱਲ ਉਸੇ ਸਾਜ਼ਿਸ਼ ਅਧੀਨ ਜਾਣ ਕੇ ਕਹੀ ਗਈ। ਹੁਣ ਤੁਸੀਂ ਇਹ ਦੇਖੋ, ਇਹਨਾਂ ਨੇ ਕੀ ਕਰਨਾ, ਇਹਨਾਂ ਨੇ ਸਾਨੂੰ ਆਈਸੋਲੇਟ ਕਰਨਾ।
ਪੰਜਾਬ ਨੇ ਸ਼ੁਰੂਆਤ ਕੀਤੀ, ਹਰਿਆਣਾ ਜੁੜ ਗਿਆ, ਯੂਪੀ ਜੁੜ ਗਈ, ਇਸੇ ਤਰ੍ਹਾਂ ਤੁਸੀਂ ਦੇਖੋ ਰਾਜਸਥਾਨ ਜੁੜ ਗਿਆ, ਗੁਜਰਾਤ ਤੱਕ ਦੇ ਲੋਕ ਆਏ। ਹੌਲੀ ਹੌਲੀ ਇਹਨਾਂ ਨੇ ਉਹ ਸਾਰੇ ਬੰਦਿਆਂ ਨੂੰ ਸਾਡੇ ਨਾਲੋਂ ਪਰਾਂ ਕਰਨਾ, ਹੌਲੀ ਹੌਲੀ ਇਹ ਪ੍ਰੋਪੇਗੈਂਡਾ ਸ਼ੁਰੂ ਹੋ ਗਿਆ ਇਹ ਆਲਰੇਡੀ। ਸੋ ਹੁਣ ਸਾਡਾ ਵੀ ਇਹ ਆ ਵੀ ਮੈਂ ਜਿਵੇਂ ਕਿਹਾ ਬਿਰਤਾਂਤ ਦੀ ਲੜਾਈ ਆ, ਅਸੀਂ ਆਪਦਾ ਬਿਰਤਾਂਤ ਇਹ ਸਿਰਜਣਾ ਵੀ ਅਸੀਂ ਇਹ ਸਾਰੇ ਬੰਦਿਆਂ ਨੂੰ ਜੋੜੀਏ। ਜੇ ਅਸੀਂ ਕਲੈਕਟਿਵਲੀ ਇਹਨਾਂ ਬੰਦਿਆਂ ਨੂੰ ਵਿੱਚ ਨਹੀਂ ਲੈ ਕੇ ਆਵਾਂਗੇ ਨਾ, ਫਿਰ ਹੋਰ ਜ਼ਿਆਦਾ ਲੜਾਈ ਸਾਡੇ ਲਈ ਔਖੀ ਆ। ਦੂਜੀਆਂ ਸਟੇਟਾਂ ਦੇ ਬੰਦਿਆਂ ਨੂੰ ਲੱਗਦਾ ਵੀ ਇਹ ਦੂਰ ਕਰ ਲੈਣਗੇ? ਦੇਖੋ ਇਹੀ ਲੜਾਈ ਆ ਹੁਣ, ਪਬਲਿਕ ਸਿੰਪਥੀ ਤੇ ਪਬਲਿਕ ਸਪੋਰਟ। ਜੇ ਅਸੀਂ ਗੈਦਰ ਕਰਕੇ ਅਸੀਂ ਜਿੱਤਾਂਗੇ, ਜੇ ਅਸੀਂ ਆਪਦੇ ਅੰਨੀ ਖਿੱਚ ਗਏ ਸਾਰਿਆਂ ਨੂੰ ਅਸੀਂ ਜਿੱਤਾਂਗੇ, ਜੇ ਉਹ ਖਿੱਚ ਗਏ ਤੇ ਉਹ ਜਿੱਤਣਗੇ। ਹੁਣ ਤਾਂ ਇਹ ਮੈਂ ਤੁਹਾਨੂੰ ਅਸਲ ਗੱਲ ਦੱਸ ਰਿਹਾ। ਸੋ ਇਸ ਕਰਕੇ ਸਾਡਾ ਨੈਰੇਟਿਵ ਆ ਨਾ ਜਿਹੜਾ, ਉਹ ਬਹੁਤ ਸਟਰੋਂਗ ਹੋਣਾ ਚਾਹੀਦਾ। ਉਹ ਸਟਰੋਂਗ ਕਿਵੇਂ ਹੋਊਗਾ? ਉਹਨਾਂ ਲੋਕਾਂ ਨੂੰ ਕਿਵੇਂ ਖਿੱਚਾਂਗੇ? ਕਿਉਂਕਿ ਦੀਪ ਸਿੱਧੂ ਤੇ ਰਾਹ ਬਦਲ ਨੂੰ ਫਿਰਦਾ। ਨਹੀਂ ਮੈਂ ਰਾਹ ਨਹੀਂ ਬਦਲ ਰਿਹਾ ਜੀ। ਮੈਂ ਤਾਂ ਸਾਡੀ ਹੁਣ ਜਿਹੜੀ ਲੀਡਰਸ਼ਿਪ ਆ ਉਹ ਜਿਵੇਂ ਕਰ ਰਹੀ ਆ, ਮੈਂ ਤਾਂ ਸੇਵਾ ਹੀ ਕਰੂੰਗਾ, ਇੱਥੇ ਹੀ ਆ, ਮੈਂ ਕਿਤੇ ਨਹੀਂ ਚੱਲਿਆ ਜੀ, ਹੈ ਨਾ। ਇਹਨਾਂ ਲੋਕਾਂ ਦੇ ਨਾਲ ਸੰਘਰਸ਼ 'ਚ ਤੇ ਉਹ ਠੀਕ ਆ। ਮੈਂ ਇੱਕ ਮੇਰੇ ਜਜ਼ਬਾਤ ਮੈਨੂੰ ਕਈ ਵਾਰੀ ਉਹ ਹਾਵੀ ਹੋ ਜਾਂਦੇ ਆ ਮੇਰੇ ਤੇ ਉਹੀ ਮੈਨੂੰ ਲੱਗਦਾ ਮੇਰੀ ਅੱਜ ਜਿਹੜੀ ਹੁਣ ਮਾਨਸਿਕਤਾ ਉਹ ਉਹੀ ਆ। ਤੇ ਬਾਈ ਜੀ ਦੀਪ ਬਾਈ ਬਿਆਨ ਦਿੰਦਾ ਜਾਂ ਕੋਈ ਹੋਰ ਬੰਦੇ ਦਿੰਦੇ ਆ, ਹਰਜੀਤ ਗਰੇਵਾਲ ਵੀ ਬਿਆਨ ਦੇਈ ਜਾਂਦਾ ਬੀਜੇਪੀ ਦਾ, ਉਹਨੂੰ ਵਾਈ ਸ਼੍ਰੇਣੀ ਦੀ ਸਿਕਿਉਰਿਟੀ ਮਿਲਦੀ ਸਮਝ ਆਉਂਦੀ, ਪਰ ਸ਼ਨੀ ਦਿਓਲ ਤਾਂ ਚੁੱਪ ਬੈਠਾ ਸੀ, ਉਹਨੂੰ ਵੀ ਸਿਕਿਉਰਿਟੀ ਦੇਤੀ। ਬਈ ਆਏ ਆ ਵੀ ਇਹ ਤਾਂ ਹੁਣ ਮੈਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਹੈ ਵੀ ਸਾਡੇ ਕਿਸਾਨ ਕਿਤੇ ਨਾ ਕਿਤੇ ਡਿਸਅਪੁਆਇੰਟਡ ਆ। ਉਹਨਾਂ ਦੀ ਆਸ ਸੀ ਵੀ ਸਣੀ ਬਾਈ ਬੋਲਣਗੇ ਤੇ ਉਹ ਨਹੀਂ ਬੋਲੇ, ਤੇ ਹੋ ਸਕਦਾ ਇਸ ਗੱਲ ਤੋਂ ਕਿਤੇ ਵੀ ਕੋਈ ਉਹਨਾਂ ਨਾਲ ਸ਼ਰਾਰਤ ਨਾ ਕਰਦੇ ਜਾਂ ਇਸ ਗੱਲ ਤੋਂ ਕੋਈ ਸਾਡਾ ਕਿਸਾਨ, ਕਿਉਂਕਿ ਵਿੱਚ ਦੀ ਮੈਂ ਸੁਣਿਆ ਸੀ ਫੋਨ ਵੀ ਕਰਨ ਲੱਗ ਗਏ ਸੀ ਅਸੀਂ, ਹੈ ਨਾ, ਤੇ ਇਸ ਗੱਲ ਖਾਤਰ ਦਿੱਤੀ ਹੋਵੇ। ਪਰ ਮੈਨੂੰ ਨਹੀਂ ਪਤਾ ਵੀ ਕਿਉਂ ਦਿੱਤੀ ਹੈ ਤੇ ਕਿਉਂ ਲੋੜ ਪਈ ਆ ਸਿਕਿਉਰਿਟੀ ਲੈਣ ਦੀ। ਮੈਨੂੰ ਲੱਗਦਾ ਸਾਡੇ ਜਿਹੜੇ ਬੰਦੇ ਆ ਬੜੇ ਸਾਰੇ ਕਿਸਾਨ ਬੜੇ ਜ਼ਿੰਮੇਵਾਰ ਆ। ਤੁਸੀਂ ਦੇਖ ਲਓ ਵੀ ਅੱਜ ਤੱਕ ਕਿਵੇਂ ਇੱਕ ਅਨੁਸ਼ਾਸਨ ਬਣਾ ਕੇ ਰੱਖਿਆ। ਅੱਜ ਤੱਕ ਕੋਈ ਅਸੀਂ ਇਹੋ ਜਿਹੀ ਗੱਲ ਨਹੀਂ ਕੀਤੀ ਜਿਹਦੇ ਸਾਡੇ 'ਤੇ ਕੋਈ ਉਂਗਲ ਵੀ ਚੱਕ ਸਕੇ। ਸੋ ਫਿਰ ਇਹ ਗੱਲ ਤਾਂ ਹੁਣ ਮੇਰੀ ਤਾਂ ਗੱਲ ਵੀ ਨਹੀਂ ਹੁੰਦੀ ਸਨੀ ਬਾਈ ਨਾਲ, ਬਹੁਤ ਸਮਾਂ ਹੋ ਗਿਆ, ਹੈ ਨਾ, ਸੁਖਾਵੇਂ ਨਹੀਂ ਰਹੇ ਰਿਸ਼ਤੇ, ਤੇ ਇਸ ਕਰਕੇ ਮੈਨੂੰ ਗੱਲ ਸਮਝ ਨਹੀਂ ਆਈ। ਤੇ ਜਿਵੇਂ ਬਹੁਤ ਸਾਰੇ ਲੀਡਰਾਂ ਨੇ ਵੀ ਕਿਹਾ ਵੀ ਤੁਸੀਂ ਬੀਜੇਪੀ ਦੇ ਬੰਦੇ ਹੋ, ਹੋਰ ਲੋਕ ਵੀ ਕਰਦੇ ਨੇ, ਬਹੁਤ ਸਾਰੇ ਪਿਆਰ ਵੀ ਕਰਦੇ ਨੇ, ਤੇ ਇਸ ਗੱਲ ਦਾ ਵਿਸ਼ਵਾਸ ਕਿਵੇਂ ਕੀਤਾ ਜਾਵੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿਵੇਂ ਪ੍ਰੂਵ ਕਰਦੇ ਹੋ ਵੀ ਤੁਸੀਂ ਬੀਜੇਪੀ ਦੇ ਪੱਖ ਦੇ ਵਿੱਚ ਨਹੀਂ ਖੜੇ ਹੋਗੇ, ਜਾਂ ਫਿਰ ਕਦੇ ਵੀ ਤੁਸੀਂ ਉਸ ਸਾਈਡ ਦੇ ਨਹੀਂ ਹੋਵੋਗੇ? ਕਿਉਂਕਿ ਲਗਾਤਾਰ ਉਹ ਕਹਿੰਦੇ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਦੀਪ ਸਿੱਧੂ ਦਾ ਪਤਾ ਲੱਗ ਜਾਣਾ। ਵਿਸ਼ਵਾਸ ਕਿਵੇਂ ਕਰੀ? ਦੇਖੋ ਵਿਸ਼ਵਾਸ ਤਾਂ ਐਂ ਆ ਵੀ ਕੱਲ੍ਹ ਨੂੰ ਇਲੈਕਸ਼ਨ ਆਉਣਗੇ, ਮੇਨਲੀ ਐਂ ਹੁੰਦਾ ਵੀ ਜਿਹੜਾ ਬੰਦਾ ਪਲਾਂਟ ਕੀਤਾ ਜਾਂਦਾ ਉਹ ਕਿਉਂ ਕੀਤਾ ਜਾਂਦਾ, ਕਿਉਂਕਿ ਉਹ ਬੰਦੇ ਆਪਦੇ ਨਾਲ ਜੋੜ ਲਏ, ਪਹਿਲਾਂ ਵਿਰੁੱਧ ਚੱਲੇ ਤੇ ਮੁੜ ਕੇ ਬੰਦੇ ਜੋੜ ਲਏ ਤੇ ਚੋਣਾਂ ਵੇਲੇ ਫਿਰ ਉਹਨਾਂ ਦੇ ਹੱਕ 'ਚ ਭੁਗਤ ਜੇ। ਮੈਂ ਤਾਂ ਆਪ ਹੀ ਕਹੀ ਜਾਂਦਾ, ਮੈਂ ਚੋਣਾਂ ਨਹੀਂ ਲੜਨੀਆਂ, ਨਾ ਹੀ ਮੇਰੀ ਇਹਨਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਐਸੋਸੀਏਸ਼ਨ ਹੋਣੀ ਆ ਜਿਹੜੀ ਦਿੱਲੀ ਤੋਂ ਚੱਲਦੀ ਆ, ਤਾਂ ਹੈ ਨਾ, ਤੇ ਸਾਰੀਆਂ ਪਾਰਟੀਆਂ ਹੀ ਦਿੱਲੀ ਤੋਂ ਚੱਲਦੀਆਂ ਜਿਹੜੀਆਂ ਪੰਜਾਬ 'ਚ, ਬੀਜੇਪੀ ਹੋਈ, ਕਾਂਗਰਸ ਹੋਈ, ਆਪ ਹੋਈ, ਹੈ ਨਾ। ਜਦੋਂ ਤੁਹਾਨੂੰ ਕੋਈ ਟੈਗ ਨਹੀਂ ਦਿੱਤਾ ਸੀਗਾ ਤਾਂ ਉਦੋਂ ਲੱਗਦਾ ਸੀ ਜਾਂ ਦਿਲ ਸੀਗਾ ਵੀ ਯਾਰ ਆਪਾਂ ਵੀ ਕੋਈ ਪੋਲੀਟੀਕਲ ਪਾਰਟੀ ਬਣਾਈਏ ਤੇ ਲੋਕਾਂ ਨੂੰ ਇਸ ਦਲਦਲ ਚੋਂ ਕੱਢੀਏ? ਨਹੀਂ, ਮੈਂ ਹਮੇਸ਼ਾ ਹੀ, ਉਦੋਂ ਦੀ ਗੱਲ ਨਹੀਂ, ਗੱਲ ਦਿਲ ਦੀ ਨਹੀਂ ਆ, ਇਹ ਗੱਲ ਜ਼ਰੂਰਤ ਦੀ ਆ। ਪੰਜਾਬ ਨੂੰ ਬਹੁਤ ਵੱਡੀ ਜ਼ਰੂਰਤ ਹੈ ਇੱਕ ਖੇਤਰੀ ਪਾਰਟੀ ਦੀ, ਜੋ ਸਿਰਫ ਪੰਜਾਬ ਖਾਤਰ ਸੋਚੇ ਤੇ ਪੰਜਾਬ ਸੈਂਟਰਿਕ ਹੋਵੇ, ਪੰਜਾਬ ਪੱਖੀ ਹੋਵੇ। ਬਹੁਤ ਵੱਡੀ ਜ਼ਰੂਰਤ ਆ। ਕਿਸੇ ਵੇਲੇ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਦਾ ਰੋਲ ਬਾਖੂਬੀ ਨਿਭਾਉਂਦੀ ਸੀ, ਪਰ ਅੱਜ ਤੁਸੀਂ ਦੇਖੋ ਜਿਸ ਤਰ੍ਹਾਂ ਉਹਨਾਂ ਦੇ ਪਿਛਲੇ ਕਾਫੀ ਸਮੇਂ ਤੋਂ ਉਹਨਾਂ 'ਤੇ ਸਵਾਲ ਉੱਠੇ ਆ, ਸਵਾਲ ਜਾਇਜ਼ ਉੱਠੇ ਆ, ਹੈ ਨਾ, ਤਾਂ ਉਹ ਖੇਤਰੀ ਪਾਰਟੀ ਦਾ ਜਿਹੜਾ ਇੱਕ ਰੁਤਬਾ ਹੁੰਦਾ ਉਹ ਵੀ ਕਿਤੇ ਨਾ ਕਿਤੇ ਲੂਜ਼ ਕਰਕੇ ਡਿਸਕ੍ਰੈਡਿਟ ਹੋ ਗਏ। ਬੀਬੀ ਜਗੀਰ ਕੌਰ ਤਾਂ ਕਹਿੰਦੇ ਮੈਂ ਲੈ ਕੇ ਆਂਦੇ ਸਾਰੇ ਇੱਥੇ, ਮਤਲਬ ਕਿ ਸਾਡੀ ਅਗਵਾਈ ਦੇ ਵਿੱਚ ਅਸੀਂ ਤੋਰੇ ਹੋਏ ਆ, ਜਥੇਬੰਦੀਆਂ ਵੀ ਵਿੱਚੇ ਕਿਸਾਨ। ਹੁਣ ਇਹ ਤਾਂ ਉਹਨਾਂ ਦੀ ਸਮਝ ਆ, ਪਰ ਇੱਥੇ ਪੁੱਛ ਲਓ ਤੁਸੀਂ ਕਿਹਨੇ ਤੋਰੇ ਹੋਏ ਆ। ਇੱਥੇ ਤਾਂ ਪ੍ਰਮਾਤਮਾ 10ਵੇਂ ਪਾਤਸ਼ਾਹ ਆਪ ਅਗਵਾਈ ਕਰ ਰਹੇ ਆ, ਇੱਥੇ ਕਿਸੇ ਨੇ ਨਹੀਂ ਲੈ ਕੇ ਆਂਦੇ, ਇੱਥੇ ਉਹਨਾਂ ਨੇ ਲੈ ਕੇ ਆਂਦੇ ਆ। ਜੇ ਇੱਥੇ ਕੋਈ ਇਹ ਗੱਲ ਕਹਿੰਦਾ ਵੀ ਅਸੀਂ ਦੇਖੋ ਅਸੀਂ ਲੈ ਆਏ ਤੇ ਅਸੀਂ ਲੋਕਾਂ ਨੂੰ ਇੱਥੋਂ ਤਾਈਂ ਲੈ ਆਏ ਤੇ ਅਸੀਂ ਬਹੁਤ ਵਧੀਆ ਲੀਡਰਸ਼ਿਪ ਕੀਤੀ ਆ,
ਤੇ ਅਗਵਾਈ ਆਪ 10ਵੇਂ ਪਾਤਸ਼ਾਹ ਕਰ ਰਹੇ ਆ। ਪਰ ਇਹ ਜ਼ਰੂਰ ਆ ਵੀ ਹੁਣ ਜਿਹੜੀ ਸਾਡੀ ਕਿਸਾਨ ਲੀਡਰਸ਼ਿਪ ਆ ਉਹ ਜਿਵੇਂ ਉਹਨਾਂ ਨੂੰ ਜਿੰਨੀ ਉਹਨਾਂ ਨੂੰ ਡੈਫੀਨੇਟਲੀ ਆਪਦੇ ਹਿਸਾਬ ਨਾਲ ਉਹ ਇਸ ਗੱਲ ਨੂੰ ਸਮਝਦੇ ਆ, ਉਸ ਅਕੋਰਡਿੰਗਲੀ ਸਰਕਾਰ ਨਾਲ ਸਾਰਾ ਗੱਲ ਆਪਦੀ ਅੱਗੇ ਲੈ ਜਾਂਦੇ ਆ, ਉਹਦੀ ਨੁਮਾਇੰਦਗੀ ਕਰੀ ਜਾਂਦੇ ਆ। ਪਰ ਮੈਂ ਤੁਹਾਨੂੰ ਸਹੀ ਦੱਸਾਂ ਤਾਂ ਇਹ ਸਾਰੇ ਵਰਤਾਰੇ ਦਾ ਜਾਂ ਇਹ ਜਿਹੜੀ ਕਲਾ ਵਾਪਰ ਰਹੀ ਆ ਇਹ ਉਸ ਪ੍ਰਮਾਤਮਾ ਦੀ ਅਗਵਾਈ ਤੋਂ ਬਿਨਾਂ ਨਹੀਂ ਵਾਪਰ ਸਕਦੀ ਸੀ। ਮੈਂ ਸ਼ੰਭੂ ਵੀ ਤੁਹਾਨੂੰ ਸਵਾਲ ਕਰਨਾ ਸੀ, ਲਾਸਟ ਹੀ ਸਵਾਲ ਹੈ। ਤੁਸੀਂ ਸ਼ੰਭੂ ਮੋਰਚਾ ਲਗਾਇਆ ਸੀ, ਸ਼ੰਭੂ ਕਿਉਂ? ਕਿਉਂਕਿ ਬਹੁਤ ਸਾਰੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਬੇਰੁਜ਼ਗਾਰ, ਇੱਕ ਤੇ ਲੋਕਡਾਊਨ ਨੇ ਲੱਕ ਤੋੜਿਆ ਹੋਇਆ ਸੀ, ਤੇ ਉਹ ਸਾਰਾ ਪੰਜਾਬ ਟੱਪ ਕੇ ਤੁਹਾਡੇ ਸ਼ੰਭੂ ਪਹੁੰਚਦੇ ਸੀਗੇ ਬੈਰੀਅਰ 'ਤੇ। ਕੋਈ ਖਾਸ ਗੱਲ ਸੀ ਜਾਂ ਪੰਜਾਬ 'ਚ ਵੀ ਲਾਇਆ ਜਾ ਸਕਦਾ ਸੀ ਸੈਂਟਰ ਰੱਖ ਕੇ? ਬਾਈ ਉਹ ਗੱਲ ਐਂ ਸੀ ਵੀ ਉਸ ਵੇਲੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਸੀ ਉਹ ਸਿਰਫ MSP ਦੀ ਗੱਲ ਕਰ ਰਹੀਆਂ ਸੀ, ਉਹ ਇਹਨੂੰ ਆਰਥਿਕ ਲੜਾਈ ਸਮਝ ਰਹੀਆਂ ਸੀ। ਇਹ ਗੱਲ ਆਰਥਿਕ ਹੈ ਨਹੀਂ, ਇਹ ਗੱਲ ਉਹ ਤੋਂ ਬਾਹਲੀ ਵੱਡੀ ਆ। ਇਹ ਅਸੀਂ ਦੇਖ ਲਈ, ਦੇਖੋ ਜਿੱਥੇ ਬੈਠੇ ਆ ਇਹ ਗੱਲ ਤਾਂ ਅਸੀਂ ਦੇਖ ਲਈ। ਜੇ ਆਰਥਿਕ ਲੜਾਈ ਹੁੰਦੀ ਐਡੀ ਵੱਡੀ ਮੋਬਿਲਾਈਜੇਸ਼ਨ ਨਹੀਂ ਤੁਹਾਨੂੰ ਦਿਸਣੀ ਸੀ। ਸੋ ਦੂਜੀ ਗੱਲ ਅਸੀਂ ਕਹਿ ਰਹੇ ਸੀ ਇਹ ਸਾਡੀ ਹੋਂਦ ਦੀ ਲੜਾਈ ਆ, ਜੋ ਅੱਜ ਇੱਥੋਂ ਕਿਹਾ ਜਾ ਰਿਹਾ। ਫਿਰ ਅੱਜ ਉਹੀ ਗੱਲ ਕਹੀ ਜਾ ਰਹੀ ਆ ਵੀ ਹੋਂਦ ਦੀ ਲੜਾਈ ਆ। ਇਹਦਾ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਕਹਿ ਲਓ ਵੀ ਹੋਂਦ ਦਾ ਨਾਰਾ ਉਹ ਆਪਾਂ ਬੁਲੰਦ ਕੀਤਾ ਸੀ, ਇਸ ਕਰਕੇ ਕੀਤਾ ਸੀ ਵਾਕਈ ਹੋਂਦ ਦੀ ਲੜਾਈ ਹੈ ਸਾਡੀ। ਔਰ ਸ਼ੰਭੂ ਇੱਕ ਸਟ੍ਰੈਟੇਜਿਕ ਪਲੇਸ ਆ। ਕਿਵੇਂ ਆ ਉਹਦੀ ਸਟ੍ਰੈਟਜੀ ਵਾਈਜ਼ ਆਪਾਂ ਅਹਿਮੀਅਤ ਦੇਖੀਏ ਤਾਂ ਰਣਨੀਤੀ ਤਹਿਤ ਉੱਥੇ 4 ਸਟੇਟ ਜਿਹੜੇ ਸੂਬੇ ਮਿਲਦੇ ਆ, ਪੰਜਾਬ, ਹਰਿਆਣਾ, ਫਿਰ JNK ਜਿਨ੍ਹਾਂ ਦੇ ਲੰਘ ਕੇ ਜਾਣਾ ਉੱਧਰ, ਤੇ ਹਿਮਾਚਲ। ਇਹ 4 ਸੂਬਿਆਂ ਦਾ ਇੱਕ ਪੁਆਇੰਟ ਆ ਉਹ, ਹੈ ਨਾ। ਉਹ ਪੁਆਇੰਟ ਆ ਜਿੱਥੋਂ ਸਾਰੀ ਆਪਣੇ NRIs ਵੀ ਸਾਰਿਆਂ ਨੇ ਉੱਥੋਂ ਦੀ ਲੰਘਣਾ। ਫਿਰ ਉੱਥੇ ਨੈਸ਼ਨਲ ਮੀਡੀਆ, ਚੰਡੀਗੜ੍ਹ ਤੁਸੀਂ ਸਾਰੇ ਬੈਠੇ ਹੋ, ਅੰਬਾਲਾ ਵੀ ਮੀਡੀਆ ਬੈਠਾ, ਹਰਿਆਣੇ ਦਾ ਮੀਡੀਆ ਬੈਠਾ। ਤਾਂ ਉਹਦੀ ਸਟ੍ਰੈਟੇਜਿਕ ਇੰਪੋਰਟੈਂਸ ਬਹੁਤ ਵੱਡੀ ਹੈ ਸ਼ੰਭੂ ਦੀ। ਉੱਥੋਂ ਜਿਹੜੀ ਆਵਾਜ਼ ਬੁਲੰਦ ਹੋਊਗੀ। ਦੇਖੋ ਯੁੱਧ ਦਾ ਮੈਦਾਨ ਵੀ ਆਪ ਚੁਣਿਆ ਜਾਂਦਾ ਹੁੰਦਾ, ਦੂਜਾ ਯੁੱਧ ਦਾ ਮੈਦਾਨ ਜੇ ਤੁਹਾਨੂੰ ਚੁਣ ਕੇ ਦੇ ਦੇ, ਉਵੇਂ ਹੀ ਜਿਵੇਂ ਜਦੋਂ ਲੜਨਾ ਉਹ ਆਪਾਂ ਡਿਸਾਈਡ ਕਰੀਏ ਕਦੋਂ ਲੜਨਾ। ਜਦੋਂ ਦੁਸ਼ਮਣ ਸਾਨੂੰ ਲੜਾਉਣਾ ਚਾਹਵੇ ਉਦੋਂ ਨਹੀਂ ਲੜੀਦਾ ਹੁੰਦਾ, ਜਦੋਂ ਜਿਵੇਂ ਸਾਨੂੰ ਬਰਾੜੀ ਭੇਜਣ ਲੱਗੇ ਸੀ। ਹਾਂਜੀ, ਸੋ ਅਸੀਂ ਯੁੱਧ ਦਾ ਮੈਦਾਨ ਆਪ ਚੁਣਿਆ ਨਾ ਅੱਜ, ਤੇ ਇਸੇ ਕਰਕੇ ਉਹਨਾਂ ਤੇ ਅਸੀਂ ਅਦਰਵਾਈਜ਼ ਸਾਡੇ ਤਾਂ ਲੀਡਰਸ਼ਿਪ ਨੇ ਵੀ ਇਹ ਗੱਲ ਕਹਿਤੀ ਸੀ ਵੀ ਚਲੋ ਬਰਾੜੀ, ਉੱਥੇ ਤਾਂ ਸਾਨੂੰ ਘੇਰ ਕੇ ਬਾਹ ਲੈਣਾ ਸੀ, ਉਹ ਤਾਂ ਓਪਨ ਜੇਲ੍ਹ ਸੀ। ਪਰ ਮੈਂ ਤਾਂ ਹੀ ਕਹਿ ਰਿਹਾ ਵੀ ਇਹਦੀ ਅਗਵਾਈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਕਰ ਰਿਹਾ। ਆਉਣ ਵਾਲੇ ਸਮੇਂ 'ਚ ਇਹ ਪੱਕਾ ਫਿਰ ਬਈ ਨਹੀਂ ਲੜਨੀ ਚੋਣ ਕਿਸੇ ਪਾਰਟੀ ਵੱਲੋਂ? ਨਹੀਂ ਲੜਨੀ ਬਾਈ ਕਿਸੇ ਪਾਰਟੀ ਵੱਲੋਂ ਚੋਣ। ਪੰਜਾਬ 'ਚ ਰਹੋਗੇ ਵੈਸੇ ਤਾਂ ਪੰਜਾਬ ਦੇ ਲੋਕਾਂ ਦੇ ਨਾਲ ਹੋ? ਬਿਲਕੁਲ ਨਾਲ ਆ ਜੀ, ਹਮੇਸ਼ਾ ਹੀ ਨਾਲ ਆ। ਇੱਥੇ ਭੀੜ ਪੈਂਦੀ ਹੈ ਤਾਂ ਵੀ ਖੜੇ ਹੋ? ਬਿਲਕੁਲ ਤਰ੍ਹਾਂ ਦੀ ਬਿਲਕੁਲ ਭੀੜ ਕਰਕੇ ਦੇਖੋ ਫੇਰ ਹੀ ਅੰਦਰੋਂ ਜਜ਼ਬਾਤ ਜਾਗਦੇ ਆ। ਤੇ ਮੈਂ ਸਿਰਫ ਜਜ਼ਬਾਤਾਂ ਦੇ ਆਧਾਰ ਤੇ ਹੀ ਤੁਰਿਆ ਫਿਰਦਾ, ਤਾਂ ਹੀ ਕਈ ਵਾਰੀ ਉਹ ਜਜ਼ਬਾਤ ਮੈਨੂੰ ਕਿਸੇ ਹੋਰ ਪਾਸੇ ਖਿੱਚ ਕੇ ਲੈ ਜਾਂਦੇ ਆ। ਜਜ਼ਬਾਤਾਂ ਤੋਂ ਇਲਾਵਾ ਮੇਰੇ ਕੋਲੇ ਹੋਰ ਕੋਈ ਇਹ ਗੱਲ ਅੰਦਰ ਹੈ ਨਹੀਂ ਸੀ ਵੀ ਕੁਛ ਮੈਂ ਲਾਹਾ ਲਵਾਂ ਇਸ ਗੱਲ ਤੋਂ, ਸਿਰਫ ਉਹ ਜਜ਼ਬਾਤ ਹੀ ਖਿੱਚ ਲਿਆਏ। ਤੁਸੀਂ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕੀਤੀ, ਗੁਰੂਆਂ ਦੀ ਗੱਲ ਕੀਤੀ ਆ। ਬਹੁਤ ਮੈਂ ਕਮੈਂਟ ਵੇਖਦਾ ਹੁੰਦਾ ਤੇ ਉਹ ਇਹ ਵੀ ਕਹਿੰਦੇ ਵੀ ਬਾਈ ਅਜੇ ਹੁਕਮ ਨਹੀਂ ਹੋਇਆ ਕਿ ਕੇਸਾਧਾਰੀ ਨਹੀਂ ਹੋ ਰਹੇ ਹੋ ਤੁਸੀਂ। ਤੇ ਇਸ ਗੱਲ ਨੂੰ ਵੀ ਬਹੁਤ ਲੋਕ ਕਰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਹਮੇਸ਼ਾ ਤੁਸੀਂ ਵਿਸ਼ਵਾਸ ਦੀ ਗੱਲ ਕਰਦੇ। ਹਾਂਜੀ, ਦੇਖੋ ਇਹ ਗੱਲ ਵੀ ਸਹੀ ਆ, ਪਰ ਉਹ ਵੀ ਗੱਲ ਜਦੋਂ ਅੰਦਰੋਂ ਹੀ ਉੱਠੋਗੀ ਨਾ ਭਾਈ, ਸਾਡੇ 'ਚ ਬਹੁਤ ਕਮੀਆਂ ਹੁੰਦੀਆਂ, ਪਰ ਉਹ ਕਮੀਆਂ ਗੁਰੂ ਹੀ ਦੂਰ ਕਰਦਾ। ਫਿਰ ਉਹਨਾਂ ਨੇ ਜਦੋਂ ਬਾਣਾ ਬਖਸ਼ਣਾ ਹੋਊਗਾ, ਜਦੋਂ ਅੰਦਰੋਂ ਉੱਠੂਗੀ ਗੱਲ ਜਾਂ ਉਹ ਸਰੂਪ ਬਖਸ਼ਣਾ ਹੋਊਗਾ, ਫਿਰ ਉਹ ਆਪੇ ਬਖਸ਼ ਗੁਰੂ ਸਾਹਿਬ ਵੱਲੋਂ ਹੀ ਹੋਣੀ ਆ। ਅਜਿਹੀ ਅਰਦਾਸ ਕਰਦੇ ਹੋਏ ਮੈਂ ਦੇਖੋ ਅਰਦਾਸ ਤਾਂ ਗੁਰੂ ਸਾਹਿਬ ਨੂੰ ਇਹ ਕਰਦਾ ਵੀ ਜੋ ਤੁਹਾਡੀ ਰਜ਼ਾ, ਜੋ ਤੁਹਾਨੂੰ ਠੀਕ ਲੱਗਦਾ, ਹਾਂਜੀ, ਤੇ ਉਹ ਹੁਕਮ ਤੁਸੀਂ ਕਰ ਦਿਆ ਕਰੋ, ਗੱਲ ਮੇਰੇ ਅੰਦਰ ਵਸਾ ਦਿਆ ਕਰੋ। ਚਲੋ ਹਾਂਜੀ, ਹੁਣ ਪੋਜ਼ਿਟਿਵ ਹੋ? ਪੋਜ਼ਿਟਿਵ ਹੀ ਹੈ ਜੀ, ਪੋਜ਼ਿਟਿਵ ਹੀ ਰਹੋ, ਪੋਜ਼ਿਟਿਵ ਹੀ ਰਵਾਂਗੇ ਬਾਈ। ਸੋ ਬਾਈ ਦੀਪ ਸਿੱਧੂ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਬਹੁਤ ਦੇਰ ਤੋਂ ਬਾਈ ਦੇ ਨਾਲ ਰਾਬਤਾ ਨਹੀਂ ਹੋ ਰਿਹਾ ਸੀਗਾ, ਬਹੁਤ ਚੈਨਲਾਂ ਨੇ ਦਿਖਾ ਲਈਆਂ, ਆਪਣੀ TRP ਵਧਾ ਲਈ। ਅਸੀਂ ਕਿਹਾ ਚਲੋ ਆਪਾਂ ਵੀ ਮਾੜੀ ਬਾਈ ਦੇ ਨਾਲ ਮਿਲੀਏ। ਗੱਲ TRP ਦੀ ਹੁੰਦੀ, ਗੱਲ ਹੁੰਦੀ ਹੈ ਜਜ਼ਬਾਤਾਂ ਦੀ, ਗੱਲ ਹੁੰਦੀ ਹੈ ਜਾਣਕਾਰੀ ਦੀ। ਅਤੇ ਅਸੀਂ ਹਮੇਸ਼ਾ ਉਹਨਾਂ ਲੋਕਾਂ ਨੂੰ ਚੁਣਦੇ ਹਾਂ ਵੀ ਜਿਹੜੇ ਕੁਛ ਚੰਗਾ ਤੁਹਾਡੇ ਲਈ ਪਹੁੰਚਾ ਸਕਦੇ ਨੇ। ਬੇਸ਼ੱਕ ਹੁਣ ਟੈਗ ਲਗਾ ਰਹੇ ਨੇ ਬਹੁਤ ਸਾਰੇ ਲੋਕ, ਪਰ
ਇਹਨਾਂ ਦੀਆਂ ਗੱਲਾਂ ਨੂੰ ਜਿਹੜੇ ਵਕਾਲਤ ਦੀ ਸਮਝ ਰੱਖਣ ਵਾਲੇ ਲੋਕ ਨੇ ਜਾਂ ਕੁਝ ਚੰਗਾ ਸੁਣਨ ਵਾਲੇ ਲੋਕ ਨੇ ਤੇ ਉਹ ਸਮਝਦੇ ਨੇ। ਕਿਸੇ ਦੇ ਪਿੱਛੇ ਲੱਗ ਕੇ ਬਹੁਤ ਸਾਰੇ ਕਮੈਂਟ ਕਰਨੇ ਵੀ ਠੀਕ ਨਹੀਂ ਹੈ, ਪਰ ਅਸੀਂ ਇਹ ਮੰਨਦੇ ਹਾਂ ਵੀ ਦੀਪ ਨੇ ਜਦੋਂ ਪਹਿਲੇ ਦਿਨ ਤੋਂ ਕੰਮ ਸ਼ੁਰੂ ਕੀਤਾ ਬਾਈ ਨੇ, ਤਾਂ ਮੈਂ ਵੀ ਉਹਨਾਂ ਮੀਟਿੰਗਾਂ ਦਾ ਹਿੱਸਾ ਰਿਹਾ ਲੱਖੇ ਸਿਧਾਣੇ ਹੋਰਾਂ ਦੇ ਨਾਲ। ਹਾਲਾਂਕਿ ਬਾਕੀ ਪੱਤਰਕਾਰਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ, ਪਰ ਮੈਨੂੰ ਰੱਖ ਲੈਂਦੇ ਸੀ ਬਾਈ ਹੋਰੀ ਸਾਰੇ। ਅਤੇ ਉਹਨਾਂ ਤੋਂ ਆਪਾਂ ਨੂੰ ਇਹੀ ਆ ਵੀ ਇੱਕ ਯਾਰ ਪੰਜਾਬ ਨੂੰ ਜੋੜਨ ਦਾ ਅਸੀਂ ਯਤਨ ਕਰੀਏ, ਕੋਸ਼ਿਸ਼ ਕਰੀਏ, ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਈਏ ਅਤੇ ਜਿਹੜੇ ਅਗਵਾਈ ਕਰ ਸਕਦੇ ਨੇ, ਲੀਡਰਸ਼ਿਪ ਦੀ ਜਿਨ੍ਹਾਂ ਦੇ ਵਿੱਚ ਗੁਣ ਲੱਗਦੇ ਨੇ। ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਪੰਜਾਬ ਸਾਡਾ ਖੁਸ਼ਹਾਲ ਹੋਵੇ ਅਤੇ ਅਸੀਂ ਨਹੀਂ ਕਦੇ ਚਾਹਾਂਗੇ, ਨਾ ਅਸੀਂ ਉਵੇਂ ਦੇ ਸਵਾਲ ਕਰਾਂਗੇ, ਅਸੀਂ ਇਹ ਵੀ ਚਾਹਾਂਗੇ ਵੀ ਜੇਕਰ ਦੀਪ ਪਰਮਾਤਮਾ ਨੇ ਸੱਚਮੁੱਚ ਇੱਕ ਸੱਚਾ ਬੰਦਾ ਹੈ। ਕਿਉਂਕਿ ਅਸੀਂ ਜਿੱਥੇ ਤੱਕ ਜਾਣਿਆ ਸਾਨੂੰ ਤਾਂ ਲੱਗਿਆ ਵੀ ਯਾਰ ਬੰਦੇ ਦੇ ਵਿੱਚ ਗੁਣ ਹੈ, ਪਰ ਅਸੀਂ ਵੀ ਕੋਈ ਰੱਬ ਨਹੀਂ ਹੈਗੇ, ਪਰਮਾਤਮਾ ਨੂੰ ਪਤਾ ਹੈ। ਪਰ ਅਸੀਂ ਚਾਹੁੰਦੇ ਹਾਂ ਵੀ ਚੰਗੇ ਬੰਦੇ, ਭਾਵੇਂ ਉਹ ਕਿਸਾਨ ਜਥੇਬੰਦੀਆਂ ਨੇ, ਲੱਖਾ ਸਿਧਾਣਾ ਹੈ, ਦੀਪ ਸਿੱਧੂ ਬਾਈ ਹੈ, ਜਾਂ ਹੋਰ ਵੀ ਲੀਡਰ ਨੇ, ਉਹ ਰਾਜਨੀਤਿਕ ਪਾਰਟੀਆਂ ਵਿੱਚ ਵੀ ਬਹੁਤ ਚੰਗੇ ਲੋਕ ਅਜੇ ਬੈਠੇ ਨੇ, ਵੀ ਇਹਨਾਂ ਨੂੰ ਇੱਕ ਕਰੀਏ, ਇੱਕ ਕਰਕੇ ਪੰਜਾਬ ਨੂੰ ਇੱਕ ਸਹੀ ਸੇਧ ਦੇ ਵਿੱਚ, ਪੰਜਾਬ ਦੀ ਜਵਾਨੀ ਨੂੰ ਸਹੀ ਸੇਧ ਦੇ ਵਿੱਚ ਲਿਜਾ ਸਕੀਏ। ਮਨਵਿੰਦਰ ਸਿੰਘ ਟਿਵਾਣਾ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਹਰਿਆਣਾ।